ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਵਰੁਣ ਕੌਰ ਮਾਨ, ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼। ਸਤਿ ਸ੍ਰੀ ਅਕਾਲ, ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਹਾਂ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਜੀ ਵਰੁਣ, ਕਿਹੜੀ ਖਬਰ ਤੋਂ ਸ਼ੁਰੂਆਤ ਕਰ ਰਹੇ ਹੋ? ਆਸਟ੍ਰੇਲੀਆ ਤੋਂ ਸ਼ੁਰੂ ਕਰਦੇ ਹਾਂ ਆਪਾਂ ਜੀ। ਆਸਟ੍ਰੇਲੀਆ ਦੇ ਲੋਕਾਂ ਨੂੰ ਹੁਣ ਕੁਆਰੰਟਾਈਨ ਨਹੀਂ ਹੋਣਾ ਪਏਗਾ, ਇਕਾਂਤਵਾਸ ਵਿੱਚ ਨਹੀਂ ਜਾਣਾ ਪਏਗਾ। ਉਹਨਾਂ ਨੂੰ ਇਸ ਗੱਲ ਤੋਂ ਛੂਟ ਮਿਲੀ ਹੈ, ਰਾਹਤ ਮਿਲੀ ਹੈ ਜੀ। ਔਰ ਉਹ ਕੰਟਰੀਜ਼ ਦੇ ਨਾਮ ਤੁਹਾਨੂੰ ਦੱਸ ਦਿੰਦੇ ਆ ਕਿ ਜਿੱਥੇ ਆਸਟ੍ਰੇਲੀਆ ਦੇ ਨਾਗਰਿਕ ਜਾਂਦੇ ਨੇ ਤੇ ਉਹਨਾਂ ਨੂੰ ਕੁਆਰੰਟਾਈਨ ਤੋਂ ਛੂਟ ਮਿਲੀ ਹੈ। ਉਹਦੇ ਵਿੱਚ ਆਉਂਦੇ ਹੈ ਅਮਰੀਕਾ, ਇੰਗਲੈਂਡ, ਗ੍ਰੀਸ, ਜਰਮਨੀ, ਦੱਖਣੀ ਅਫਰੀਕਾ, ਸਿੰਗਾਪੁਰ। ਸੋ ਇਹਨਾਂ ਕੰਟਰੀਜ਼ ਦੇ ਵਿੱਚ ਨਾਲ ਦੇ ਨਾਲ ਇਟਲੀ ਵੀ ਸ਼ਾਮਲ ਹੈ। ਜਦੋਂ ਵੀ ਆਸਟ੍ਰੇਲੀਅਨ ਨਾਗਰਿਕ ਹੁਣ ਜਾਣਗੇ ਇਹਨਾਂ ਦੇਸ਼ਾਂ ਦੇ ਵਿੱਚ ਤਾਂ ਉਹਨਾਂ ਨੂੰ ਉੱਥੇ ਜਾ ਕੇ ਕੁਆਰੰਟਾਈਨ ਦੀ ਦਿੱਕਤ ਨਹੀਂ ਆਏਗੀ। ਪਰ ਉਹੀ ਗੱਲਾਂ ਜਿਹੜੀਆਂ ਅਸੀਂ ਹਰ ਰੋਜ਼ ਅਕਸਰ ਕਰਦੇ ਹਾਂ, ਕਿਤੇ ਵੀ ਕੋਈ ਵੀ ਕੰਟਰੀ ਖੁੱਲ੍ਹ ਦਿੰਦੀ ਹੈ ਯਾਤਰਾ ਕਰਨ ਦੀ ਤਾਂ ਕੁਝ ਨਿਯਮ ਅਸੀਂ ਹਮੇਸ਼ਾ ਤੁਹਾਡੇ ਨਾਲ ਸਾਂਝੇ ਕਰਦੇ ਹੁੰਦੇ ਹਾਂ। ਉਹਨਾਂ ਨਿਯਮਾਂ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਕਿ ਤੁਹਾਡੇ COVID-19 ਇੰਜੈਕਸ਼ਨ ਜਿਹੜੇ ਆ ਲੱਗੇ ਹੋਣੇ ਚਾਹੀਦੇ ਤੇ ਨਾਲ ਦੇ ਨਾਲ ਸਾਰੀਆਂ ਸ਼ਰਤਾਂ ਉਹ ਪੂਰੀਆਂ ਕਰਦੇ ਹੋਣੇ ਚਾਹੀਦੇ ਹਨ ਜਿਹੜੀਆਂ ਵੀ ਤੁਹਾਨੂੰ ਸਰਕਾਰ ਦੇ ਵੱਲੋਂ ਕਹੀਆਂ ਜਾਣਗੀਆਂ। 8 ਨਵੰਬਰ ਤੋਂ ਇਹ ਛੂਟ ਮਿਲ ਰਹੀ ਹੈ ਤੇ ਉਹਨਾਂ ਕੋਲ ਕੋਵਿਡ ਦਾ ਯਾਤਰਾ ਪਾਸ ਹੋਣਾ ਚਾਹੀਦਾ ਹੈ ਜਾਂ ਫਿਰ COVID-19 ਬੀਮਾ ਹੋਣਾ ਚਾਹੀਦਾ ਹੈ। ਤੇ ਜਦੋਂ ਯਾਤਰਾ ਉਹਨਾਂ ਨੇ ਸ਼ੁਰੂ ਕਰਨੀ ਹੈ ਉਸ ਤੋਂ ਪਹਿਲਾਂ ਆਪਣੀ ਗਵਰਨਮੈਂਟ ਨੂੰ ਬਕਾਇਦਾ ਐਪਲੀਕੇਸ਼ਨ ਲਿਖ ਕੇ ਪਰਮਿਸ਼ਨ ਲੈਣਗੇ। ਉਸ ਤੋਂ ਬਾਅਦ ਹੀ ਉਹਨਾਂ ਨੂੰ ਇਹ ਯਾਤਰਾ ਕਰਨ ਦੀ ਮਨਜ਼ੂਰੀ ਮਿਲ ਸਕਦੀ ਹੈ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜੇ ਕੁਆਰੰਟਾਈਨ ਤੋਂ ਤੁਸੀਂ ਬਚਣਾ ਵੀ ਹੈ ਤਾਂ ਵੀ ਕੁਝ ਸ਼ਰਤਾਂ ਨੇ, ਕੁਝ ਰੂਲਸ ਨੇ ਜਿਨ੍ਹਾਂ ਨੂੰ ਫੋਲੋ ਕਰਨਾ ਪਏਗਾ। ਅਮਰੀਕਾ USA ਵੈਲਕਮ ਕਰ ਰਿਹਾ ਹੈ ਸੈਲਾਨੀਆਂ ਦਾ, ਔਰ ਖਾਸ ਕਰਕੇ ਜਿਹੜੇ ਬਾਹਰ ਸੈਲਾਨੀ ਆਉਣਗੇ, ਆਸਟ੍ਰੇਲੀਆ ਦੇ ਵਿੱਚ ਵੀ ਆਉਣਗੇ, ਉਹਨਾਂ ਨੂੰ ਵੀ ਇਹ ਸਾਰੇ ਨਿਯਮ ਫੋਲੋ ਕਰਨੇ ਪੈਣਗੇ ਕਿਉਂਕਿ ਕੋਵਿਡ ਦੇ ਪ੍ਰਭਾਵ ਦੇ ਕਾਰਨ ਸਾਰੀਆਂ ਫਲਾਈਟਸ ਰੱਦ ਸੀਗੀਆਂ। ਪਰ ਹੁਣ ਮੁੜ ਕੇ ਸਭ ਕੁਝ ਖੁੱਲ੍ਹ ਰਿਹਾ ਹੈ ਤੇ ਨਾਲ ਦੀ ਨਾਲ ਸ਼ਰਤਾਂ ਵੀ ਲਾਗੂ ਹੋ ਰਹੀਆਂ ਨੇ। ਬਿਲਕੁਲ ਸ਼ਰਤਾਂ ਲਾਗੂ ਹੋ ਰਹੀਆਂ ਨੇ। ਤੇ ਗੱਲ ਕਰਦੇ ਹਾਂ ਹੁਣ ਪੰਜਾਬ ਦੀ ਸਿਆਸਤ ਦੀ, ਜਿੱਥੇ ਕੈਪਟਨ ਸਰਕਾਰ ਤੋਂ ਬਾਅਦ ਚੰਨੀ ਸਰਕਾਰ ਕਾਫੀ ਜ਼ਿਆਦਾ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ। ਪਹਿਲਾਂ ਰਾਜਾ ਵੜਿੰਗ ਹੋਣਾ ਨੇ ਟਰਾਂਸਪੋਰਟ ਮੰਤਰੀ ਦੇ ਤੌਰ ਤੇ ਆਪਣੇ ਜਿੰਨੇ ਵੀ ਐਕਸ਼ਨ ਨੇ ਉਹ ਸਾਰੇ ਦਿਖਾ ਦਿੱਤੇ ਹੈ ਕਿ ਕਿਵੇਂ ਉਹ ਕੰਮ ਕਰ ਰਹੇ ਨੇ ਖੁੱਲ ਕੇ। ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਉਪ ਮੁੱਖ ਮੰਤਰੀ, ਉਹਨਾਂ ਨੇ ਛਾਪਾ ਮਾਰਿਆ ਹੈ ਤੇ 3 ਪੁਲਿਸ ਕਰਮਚਾਰੀਆਂ ਨੂੰ ਮੌਕੇ ਤੇ ਹੀ ਸਸਪੈਂਡ ਕਰ ਦਿੱਤਾ। ਬਿਲਕੁਲ, ਇੱਕ ASI ਨੇ ਤੇ 2 ਪੁਲਿਸਮੈਨ ਨੇ। ਉਹ ਆਪਣੀ ਡਿਊਟੀ ਠੀਕ ਤਰ੍ਹਾਂ ਨਹੀਂ ਨਿਭਾ ਰਹੇ ਸੀ, ਇਸ ਕਰਕੇ ਐਕਸ਼ਨ ਕਿੰਗ ਬਣ ਚੁੱਕੇ ਨੇ ਇਸ ਵਕਤ। ਤੇ ਸਾਰੇ ਜਾਣੇ ਹੀ ਲੱਗਦਾ ਹੈ ਕਿ ਇਲੈਕਸ਼ਨਸ ਨੂੰ ਧਿਆਨ 'ਚ ਰੱਖ ਕੇ ਤਾਂ ਬਿਲਕੁਲ ਐਕਸ਼ਨ ਹੋ ਰਿਹਾ ਹੈ, ਜੋ ਕਿ ਬਹੁਤ ਸ਼ੁਰੂਆਤੀ ਦੌਰ 'ਚ ਹੀ ਹੋਣਾ ਚਾਹੀਦਾ ਸੀ। ਜੋ ਬੰਦਾ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਕਰਦਾ, ਵਾਕਈ ਹੀ ਉਸ ਦੇ ਖਿਲਾਫ ਕੋਈ ਨਾ ਕੋਈ ਐਕਸ਼ਨ ਬਣਦਾ ਹੈ ਕਿਉਂਕਿ ਪਬਲਿਕ ਸਰਵੈਂਟ ਨੇ। ਜੇ ਪਬਲਿਕ ਦੇ ਪ੍ਰਤੀ ਵਫਾਦਾਰੀ ਨਹੀਂ ਹੈ ਤਾਂ ਫਿਰ ਨੌਕਰੀ ਕਿਉਂ ਕਰ ਰਹੇ ਨੇ? ਬਿਲਕੁਲ। ਔਰ ਨਾਲ ਦੇ ਨਾਲ ਇਹ ਵੀ ਦੱਸ ਦਿੰਦੇ ਆ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਹਮੇਸ਼ਾ ਹੀ ਕੋਈ ਨਾ ਕੋਈ ਇੱਦਾਂ ਦਾ ਘਮਾਸਾਨ ਚੱਲਦਾ ਰਹਿੰਦਾ। ਖਾਸ ਤੌਰ ਤੇ ਜਦੋਂ ਕੈਪਟਨ ਦੀ ਸਰਕਾਰ ਆਈ ਹੈ ਜਾਂ ਕਾਂਗਰਸ ਦੀ ਸਰਕਾਰ ਆਈ ਹੈ ਤਾਂ ਤੀਜੇ ਦਿਨ ਦਿੱਲੀ ਦੇ ਗੇੜੇ ਵੱਜਦੇ ਰਹਿੰਦੇ ਨੇ। ਸੋ ਹੁਣ ਇੱਕ ਵਾਰੀ ਫਿਰ ਤੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਅਨਾਉਂਸ ਕਰ ਦਿੱਤਾ ਕਿ ਉਹ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ। ਫਿਲਹਾਲ ਪਾਰਟੀ ਦਾ ਨਾਮ ਜਨਤਕ ਨਹੀਂ ਕੀਤਾ ਗਿਆ, ਪਰ ਇਸ ਵਾਰੀ ਫੇਰ ਦਿੱਲੀ ਹਾਈ ਕਮਾਂਡ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਦਿੱਲੀ ਆਉਣ ਦਾ ਸੱਦਾ ਪੱਤਰ ਭੇਜ ਦਿੱਤਾ ਤੇ ਚੰਨੀ ਸਾਹਿਬ ਇੱਕ ਵਾਰੀ ਫਿਰ ਤੋਂ ਦਿੱਲੀ ਚਲੇ ਗਏ ਨੇ। ਤਾਂ ਜੋ ਹੁਣ ਇਹ ਦੇਖਣਾ ਹੋਏਗਾ ਕਿ ਉੱਥੇ ਜਾ ਕੇ ਕਿਹੜਾ ਫੈਸਲਾ ਲਿਆ ਜਾਂਦਾ ਹੈ। ਔਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਜਲਦ ਤੋਂ ਜਲਦ ਸਾਰਾ ਕੁਝ ਦੱਸਣਗੇ ਕਿ ਉਹ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਸੀਟਾਂ ਕਿਸ ਤਰੀਕੇ ਦੇ ਨਾਲ ਵੰਡਣਗੇ, ਕੌਣ ਉਹਨਾਂ ਦੇ ਨੁਮਾਇੰਦੇ ਹੋਣਗੇ। ਇਸ ਦਾ ਖੁਲਾਸਾ ਵੀ ਜਲਦ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤਾ ਜਾਏਗਾ। ਪਰ ਇੱਕ ਗੱਲ ਨੂੰ ਲੈ ਕੇ ਬੜੇ ਸੀਰੀਅਸ ਨੇ, ਜੋ ਕਿਸਾਨ ਦਾ ਅੰਦੋਲਨ ਹੈ। ਉਹ ਕਹਿੰਦੇ ਨੇ ਕਿ ਮੈਂ ਸੈਂਟਰ ਨਾਲ ਵੀ ਮੁਲਾਕਾਤ ਕਰਾਂਗਾ ਤੇ ਜਿਹੜੀਆਂ ਬਾਕੀ ਪਾਰਟੀਆਂ ਵੀ ਨੇ, ਚਾਹੇ ਉਹ ਵਿਰੋਧੀ ਧਿਰ ਵੀ ਨੇ, ਉਹਨਾਂ ਨਾਲ ਵੀ ਮੈਂ ਗੱਲਬਾਤ ਕਰਾਂਗਾ ਕਿ ਪਾਰਟੀ ਪੋਲਿਟਿਕਸ ਤੋਂ ਉੱਤੇ ਉੱਠ ਕੇ ਤੁਸੀਂ ਕਿਸਾਨਾਂ ਦਾ ਇਹ ਮੁੱਦਾ ਹੱਲ ਕਰੋ ਕਿਉਂਕਿ ਇਹ ਬੇਹੱਦ ਜ਼ਿਆਦਾ ਜ਼ਰੂਰੀ ਹੈ। ਤਾਂ ਇਹ ਗੱਲ ਬੜੀ ਸ਼ਲਾਘਾਯੋਗ ਹੈ ਕਿ ਉਹ ਕਿਸਾਨਾਂ ਨੂੰ ਲੈ ਕੇ ਬੇਹੱਦ ਸੀਰੀਅਸ ਨੇ। ਇੱਥੇ ਮੈਂ 2 ਗੱਲਾਂ ਕਰਨੀਆਂ ਚਾਹਾਂਗੀ ਕਿ ਪਹਿਲੀ ਗੱਲ ਤਾਂ ਇਹ ਕਿ ਕੈਪਟਨ ਅਮਰਿੰਦਰ ਸਿੰਘ ਹੋਣੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਉਦੋਂ ਉਹਨਾਂ ਨੇ ਇੰਨੀਆਂ ਮੀਟਿੰਗਾਂ ਕਿਉਂ ਨਹੀਂ ਕੀਤੀਆਂ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਜਾ ਕੇ। ਨੰਬਰ 2, ਮੈਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਤਾਰੀਫ ਕਰਨਾ ਚਾਹੂੰਗੀ ਕਿ ਪੰਜਾਬ ਦੇ ਵਿੱਚ ਜਿੰਨੀ ਦੇਰ ਕਿਸਾਨਾਂ ਦਾ ਅੰਦੋਲਨ ਚੱਲਿਆ ਉਹਨਾਂ ਨੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਵਾਂਗ ਕਦੇ ਵੀ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਤੰਗ ਨਹੀਂ ਕੀਤਾ। ਕਿਉਂਕਿ ਹਰਿਆਣੇ ਦੇ ਵਿੱਚ ਤੁਸੀਂ ਦੇਖ ਲਓ ਕੀ ਹਾਲ ਹੁੰਦਾ ਹੈ, ਕਿਸਾਨਾਂ ਦਾ ਕਿੰਨਾ ਔਖਾ ਹੁੰਦਾ ਹੈ ਉਹਨਾਂ ਦੇ ਲਈ ਕਿਤੇ ਵੀ ਅੰਦੋਲਨ ਕਰਨਾ। ਸੋ ਪੰਜਾਬ ਦੇ ਮੁੱਖ ਮੰਤਰੀ ਹੋਣਾ ਨੇ ਕਿਤੇ ਨਾ ਕਿਤੇ, ਜਿਹੜੇ ਸਾਬਕਾ ਮੁੱਖ ਮੰਤਰੀ ਆਪਾਂ ਕਹਿ ਸਕਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਿਤੇ ਨਾ ਕਿਤੇ ਤਾਂ ਕਾਫੀ ਇਸ ਮਾਮਲੇ ਦੇ ਵਿੱਚ ਕਿਸਾਨਾਂ ਦਾ ਸਾਥ ਦਿੱਤਾ ਸੀ। ਬਿਲਕੁਲ ਦਿੱਤਾ ਹੈ। ਔਰ ਤੁਸੀਂ ਹਰਿਆਣਾ ਦੀ ਗੱਲ ਕੀਤੀ ਹੈ ਤੇ ਹਰਿਆਣਾ
ਦੇ ਵਿੱਚ ਦੇਖੋ ਬਹਾਦਰਗੜ੍ਹ ਦੇ ਵਿੱਚ ਕੀ ਹੋਇਆ ਹੈ, ਇੱਕ ਟਰੱਕ ਜਾ ਚੜਿਆ ਹੈ ਅੰਦੋਲਨਕਾਰੀਆਂ ਦੇ ਉੱਤੇ ਤਾਂ 3 ਬੀਬੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ, ਸ਼ਹੀਦ ਹੋ ਗਈਆਂ ਨੇ ਤੇ 3 ਹਜੇ ਸੀਰੀਅਸ ਨੇ, ਹਸਪੀਟਲ ਦੇ ਵਿੱਚ ਨੇ। ਸੋ ਇਹ ਸਭ ਕੀ ਹੋ ਰਿਹਾ ਹੈ, ਡਿਵਾਈਡਰ ਤੇ ਬੈਠੀਆਂ ਹੋਈਆਂ ਨੇ ਔਰ ਅੰਦੋਲਨ ਚੱਲ ਰਿਹਾ ਹੈ ਤੇ ਟਰੱਕ ਉਹਨਾਂ ਦੇ ਉੱਤੇ ਜਾ ਚੜਦਾ ਹੈ। ਸੋ ਇਹ ਹਰਿਆਣੇ ਦੇ ਵਿੱਚ ਹੀ ਕਿਉਂ ਹੋ ਰਿਹਾ ਸਭ ਕੁਝ ਜੀ। ਔਰ ਜਿਹੜੀਆਂ ਬੀਬੀਆਂ ਸੀਗੀਆਂ ਜਿਹੜੀਆਂ ਮੌਕੇ ਤੇ ਸ਼ਹੀਦ ਹੋ ਗਈਆਂ, ਹਰ ਕਿਸੇ ਦੀਆਂ ਅੱਖਾਂ ਉਸ ਖਬਰ ਨੂੰ ਸੁਣ ਕੇ ਨਮ ਹੋਈਆਂ, ਉਸ ਖਬਰ ਨੂੰ ਪੜ੍ਹ ਕੇ ਦਿਲ ਇੱਕ ਵਾਰੀ ਫਿਰ ਪਸੀਜਿਆ ਗਿਆ ਕਿ ਪੂਰੇ 1 ਸਾਲ ਤੋਂ ਜਿਹੜੀਆਂ ਬੀਬੀਆਂ ਬਾਰਡਰਾਂ ਦੇ ਉੱਤੇ ਲੱਗੀਆਂ ਹੋਈਆਂ ਨੇ, ਤੀਜੇ ਦਿਨ ਕੋਈ ਨਾ ਕੋਈ ਇਦਾਂ ਦੀ ਅਣਸੁਖਾਵੀ ਘਟਨਾ ਵਾਪਰਦੀ ਹੈ, ਚਾਹੇ ਉਹ ਟਰਾਲੀਆਂ ਨੂੰ ਅੱਗ ਲੱਗ ਜਾਣਾ ਹੋਵੇ ਜਾਂ ਫਿਰ ਟੈਂਟਾਂ ਨੂੰ ਅੱਗ ਲੱਗ ਜਾਣੀ ਹੋਵੇ। ਹੁਣ ਇੱਕ ਉੱਤੇ ਚੜ ਜਾਂਦੀ ਹੈ ਗੱਡੀ ਬੀਬੀਆਂ ਦੇ ਉੱਤੇ। ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਬਹੁਤ ਮੰਦਭਾਗੀ ਖਬਰ ਹੈ, ਕਿਉਂਕਿ ਉਹ ਬੀਬੀਆਂ ਸ਼ਹੀਦ ਹੋ ਗਈਆਂ। ਆਏ ਦਿਨ ਕੋਈ ਨਾ ਕੋਈ ਇਦਾਂ ਦੀ ਖਬਰ ਆਉਂਦੀ ਰਹਿੰਦੀ ਹੈ ਕਿ ਇੰਨੇ ਕਿਸਾਨ ਸ਼ਹੀਦ ਹੋ ਚੁੱਕੇ ਨੇ, ਇੰਨੇ ਕਿਸਾਨ ਸ਼ਹੀਦ ਹੋ ਚੁੱਕੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰਾਟ ਕੋਹਲੀ ਹੁਣਾਂ ਦੇ ਘਰ ਜਵਾਕ ਜੰਮਿਆ ਤਾਂ ਟਵੀਟ ਹੋ ਜਾਂਦਾ, ਇੰਨੇ ਕਿਸਾਨ ਸ਼ਹੀਦ ਹੋ ਗਏ, ਹਲੇ ਤੱਕ ਉਹਨਾਂ ਤੋਂ ਕੋਈ ਹਾਂ ਦਾ ਨਾਰਾ ਤੱਕ ਨਹੀਂ ਮਾਰਿਆ ਗਿਆ। ਠੀਕ ਹੈ, ਜਿਹੜੇ ਨੁਮਾਇੰਦੇ ਸਾਡੇ ਆਉਂਦੇ ਨੇ ਪੰਜਾਬ ਵਿਦੇਸ਼ਾਂ ਤੋਂ ਕਿਸਾਨ ਅੰਦੋਲਨ ਦੇ ਹੱਕ 'ਚ, ਤੁਹਾਨੂੰ ਪਤਾ ਹੀ ਹੈ ਹੁਣ ਰੱਖੜਾ ਹੋਣਾ ਦੀ ਤਾਜ਼ਾ ਉਦਾਹਰਣ ਸਾਡੇ ਸਾਹਮਣੇ ਹੈ, ਉਹਨਾਂ ਨੂੰ ਉਤਰਨ ਨਹੀਂ ਦਿੱਤਾ ਜਾ ਰਿਹਾ ਹਵਾਈ ਅੱਡੇ ਦੇ ਉੱਤੇ। ਜਿਹੜਾ ਆਵਾਜ਼ ਚੱਕਦਾ ਉਹਦੇ ਖਿਲਾਫ ਕੋਈ ਨਾ ਕੋਈ ਇਨਕਮ ਟੈਕਸ ਦੀ ਰੇਡ ਪੈ ਜਾਂਦੀ ਹੈ। ਸੋਨੂ ਸੂਦ ਹੋਣਾ ਦੀ ਜੇ ਆਪਾਂ ਗੱਲ ਕਰੀਏ, ਉਹਨਾਂ ਨੇ ਕਿੰਨਾ ਕੰਮ ਕੀਤਾ ਹੈ ਲੋਕਡਾਊਨ ਦੇ ਦੌਰਾਨ, ਬਿਲਕੁਲ ਕੀਤਾ ਹੈ, ਬਹੁਤ ਸਾਰੀ ਉਹਨਾਂ ਦੀ ਮਤਲਬ ਕਿ ਸ਼ਲਾਘਾ ਕੀਤੀ ਗਈ ਹੈ ਇਸ ਕਦਮ ਨੂੰ ਲੈ ਕੇ। ਤੇ ਇੱਕ ਵਾਰੀ ਸੋਨੂ ਸੂਦ ਹੋਣੀ ਕੇਜਰੀਵਾਲ ਹੁਣਾਂ ਦੇ ਨਾਲ ਮਿਲਦੇ ਨੇ ਤੇ ਕੁਝ ਦਿਨਾਂ ਬਾਅਦ ਉਹਨਾਂ ਦੇ ਵੀ ਇਨਕਮ ਟੈਕਸ ਦੀ ਰੇਡ ਪੈ ਜਾਂਦੀ ਹੈ। ਇਹ ਤਾਂ ਬਹੁਤ ਹੀ ਸੌਖਾ ਜਿਹਾ ਕੰਮ ਹੋ ਗਿਆ ਕਿ ਤੁਸੀਂ ਕਿਤੇ ਕੁਝ ਵੀ ਕਦਮ ਚੁੱਕੋ, ਤੁਹਾਡੇ ਘਰ ਇਨਕਮ ਟੈਕਸ ਦੀ ਰੇਡ ਪੈ ਜਾਏ। ਕੋਈ ਵੀ ਐਕਸ਼ਨ ਹੋ ਸਕਦਾ ਹੈ, ਕਿਉਂਕਿ ਕੋਈ ਵੀ ਸਰਕਾਰੀ ਬਾਡੀ ਤੁਹਾਡੇ ਖਿਲਾਫ ਐਕਸ਼ਨ ਲੈ ਸਕਦੀ ਹੈ। ਔਰ ਜੋ ਸੋਨੂ ਸੂਦ ਨੇ ਕੀਤਾ ਉਹ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ, ਜੋ ਉਹਨਾਂ ਨੇ ਕੀਤਾ ਹੈ। ਹੁਣ ਉਹਨਾਂ ਨੂੰ ਇਹ ਟੈਕਸ ਦੀ ਰੇਡ ਦਾ ਜੋ ਨਤੀਜਾ ਹੈ ਉਹ ਭੁਗਤਣਾ ਪੈ ਰਿਹਾ ਹੈ। ਸੋ ਇਹ ਸਭ ਗੱਲਾਂ ਕੁੱਲ ਮਿਲਾ ਕੇ ਪੋਲੀਟੀਕਲ ਮੂਵ ਵਾਲੀ ਜਾਂਦੀਆਂ ਨੇ, ਕਿਉਂਕਿ ਇਹ ਕੋਈ ਸੋਚੀ ਸਮਝੀ ਜੋ ਰਣਨੀਤੀ ਹੈ ਉਸ ਵਾਲੀ ਇਸ਼ਾਰਾ ਕਰਦੀਆਂ ਨੇ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਅੰਦੋਲਨ ਨੂੰ ਦਬਾਇਆ ਜਾ ਸਕੇ ਜਾਂ ਖੇਰੂ ਕੀਤਾ ਜਾ ਸਕੇ। ਜੋ ਵੀ ਉਹਦੀ ਸਪੋਰਟ 'ਚ ਆਉਂਦਾ ਹੈ, ਜਿਸ ਤਰ੍ਹਾਂ ਧਾਲੀਵਾਲ ਸਾਹਿਬ ਨੂੰ ਜੋ ਅਮਰੀਕਾ ਤੋਂ ਆਏ ਨੇ, ਅਰਬਪਤੀ ਬਿਜ਼ਨਸਮੈਨ ਨੇ, ਉਹਨਾਂ ਨੂੰ ਨਹੀਂ ਐਂਟਰ ਕਰਨ ਦਿੱਤਾ ਗਿਆ ਦਿੱਲੀ ਦੇ ਵਿੱਚ ਔਰ ਵਾਪਸ ਉਹਨਾਂ ਨੂੰ ਸ਼ਿਕਾਗੋ ਦੀ ਫਲਾਈਟ ਦੇ ਵਿੱਚ ਬਿਠਾ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਇਸ ਵੱਲ ਸੰਕੇਤ ਕਰਦੀਆਂ ਨੇ ਕਿ ਸਮਥਿੰਗ ਇਜ਼ ਵੈਰੀ ਸੀਰੀਅਸ। ਤੇ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਕੇਜਰੀਵਾਲ ਹੁਣਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ ਪਿਛਲੇ ਕੁਝ ਸਮੇਂ ਤੋਂ, ਕਿਉਂਕਿ ਚੋਣਾਂ ਪੰਜਾਬ ਦੀਆਂ ਸਿਖਰਾਂ ਤੇ ਨੇ ਔਰ ਪੰਜਾਬ ਦੀ ਸਿਆਸਤ ਕਿੰਨੀ ਗਰਮਾ ਜਾਂਦੀ ਹੈ ਇਹ ਹਰ ਕਿਸੇ ਨੂੰ ਪਤਾ ਹੈ। ਭਗਵੰਤ ਮਾਨ ਜੀ ਨੇ ਉਹਨਾਂ ਦਾ ਸਵਾਗਤ ਕੀਤਾ ਜਦੋਂ ਅੱਜ ਸ਼ਤਾਬਦੀ ਤੋਂ ਉਤਰੇ ਨੇ, ਤਾਂ ਕਹਿੰਦੇ ਨੇ ਕਿ ਮੈਂ ਕਿਸਾਨਾਂ ਨੂੰ ਮਿਲਣਾ ਹੈ ਜਿਨ੍ਹਾਂ ਦੀ ਫਸਲ ਖਰਾਬ ਹੋਈ ਹੈ ਗੁਲਾਬੀ ਸੁੰਡੀ ਕਰਕੇ ਜਾਂ ਗੜੇਮਾਰੀ ਕਰਕੇ। ਸੋ ਉਹਨਾਂ ਦਾ ਮੁਆਵਜ਼ਾ ਕੀ ਹੋਣਾ ਚਾਹੀਦਾ ਹੈ ਤੇ ਉਹਨਾਂ ਦੀ ਅੱਗੇ ਹਾਲਤ ਕੀ ਹੋਣੀ ਚਾਹੀਦੀ ਹੈ, ਕਿਉਂਕਿ ਕਿਸ ਤਰ੍ਹਾਂ ਦੀ ਪਲੈਨਿੰਗ ਸਰਕਾਰ ਕਰ ਰਹੀ ਹੈ, ਮੈਂ ਉਹਦੇ ਉੱਤੇ ਖਾਸ ਤਵੱਜੋ ਦੇਣਾ ਚਾਹੁੰਦਾ। ਬਿਲਕੁਲ। ਔਰ ਦੇਖੋ ਇਹ ਫੇਰੀ ਕੀ ਰੰਗ ਲੈ ਕੇ ਆਉਂਦੀ ਹੈ, ਕਿਉਂਕਿ ਹੁਣ ਜਿੰਨੀ ਦੇਰ ਤੱਕ ਵੋਟਾਂ ਆ ਆਉਣ ਜਾਣ ਤਾਂ ਲੱਗੀ ਰਹੇਗੀ। ਪਰ ਇੱਕ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਗਰਮਾ ਗਰਮੀ ਹੋਈ ਹੈ ਕਿ ਹੱਲੇ ਤੱਕ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਆ ਆਪ ਦੇ ਵੱਲੋਂ ਨਹੀਂ ਦੱਸਿਆ ਗਿਆ ਕਿ ਕੌਣ ਹੋਏਗਾ। ਔਰ ਕਿਤੇ ਨਾ ਕਿਤੇ ਵੀ ਲੱਗਦਾ ਇਹ ਨਾ ਹੋਵੇ ਕਿ ਉਹ ਇਸ ਗੱਲ ਦੇ ਵਿੱਚ ਇੰਨੀ ਦੇਰੀ ਕਰ ਦੇਣ ਕਿ ਇਸ ਦਾ ਖਮਿਆਜ਼ਾ ਪਾਰਟੀ ਨੂੰ ਭੁਗਤਣਾ ਪਵੇ। ਇੱਕ ਗੱਲ ਇਹ ਵੀ ਸਾਹਮਣੇ ਆਈ ਸੀ ਕਿ ਸ਼ਾਇਦ ਭਗਵੰਤ ਮਾਨ ਉਹਨਾਂ ਨੂੰ ਥੋੜਾ ਪਿਛਾਂ ਕਰ ਦਿੱਤਾ ਜਾਏਗਾ, ਪਰ ਜਿਹੜੇ ਆਪ ਦੇ ਹੀ ਕੁਝ ਵਿਧਾਇਕ ਨੇ ਉਹਨਾਂ ਦੀਆਂ ਇਹ ਗੱਲਾਂ ਕਹਿਣੀਆਂ ਨੇ ਕਿ ਖਾਸ ਤੌਰ ਤੇ ਜੇ ਭਗਵੰਤ ਮਾਨ ਉਹਨਾਂ ਨੂੰ ਪਿੱਛੇ ਧੱਕਿਆ ਜਾਂਦਾ ਤਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਖਮਿਆਜ਼ਾ ਇਸ ਗੱਲ ਦਾ ਭੁਗਤਣਾ ਪਏਗਾ, ਕਿਉਂਕਿ ਭਗਵੰਤ ਮਾਨ ਇੱਕ ਅਜਿਹੇ ਸ਼ਖਸ ਹਨ, ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਦਾ ਚਿਹਰਾ ਆਪ ਦੇ ਵਜੋਂ ਜਾਣਿਆ ਜਾਂਦਾ ਹੈ ਔਰ ਬਹੁਤ ਸਾਰੇ ਲੋਕ ਭਗਵੰਤ ਮਾਨ ਦੇ ਕੰਮਾਂ ਕਰਕੇ ਹੀ ਉਹਨਾਂ ਦੇ ਨਾਲ ਖੜੇ ਨੇ। ਆਮ ਆਦਮੀ ਪਾਰਟੀ ਦਾ ਉਹਨਾਂ ਨੇ ਜਿਹੜਾ ਵਜੂਦ ਬਣਾਇਆ ਹੈ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਉਹ ਦੇਖਣ ਨੂੰ ਸਾਰਿਆਂ ਨੂੰ ਨਜ਼ਰ ਆਉਂਦਾ ਹੈ। ਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇਰ ਕਰੀ ਜਾ ਰਹੀ ਹੈ, ਫਿਰ ਮੈਨੂੰ ਉਹ ਗਾਣਾ ਚੇਤਾ ਆ ਰਿਹਾ, ਕਹੀਂ ਦੇਰ ਨਾ ਹੋ ਜਾਏ ਰੇ ਬਾਬਾ, ਦੇਰ ਨਾ ਹੋ ਜਾਏ। ਨਹੀਂ, ਖੈਰ ਉਹਨਾਂ ਦੀ ਵੀ ਕੋਈ ਸਟ੍ਰੈਟਜੀ ਹੋਏਗੀ, ਕੁਝ ਕੈਲਕੂਲੇਟ ਕੀਤਾ ਹੋਏਗਾ। ਜਿਹੜੀ ਗੱਲ ਸਾਡੇ ਦਿਮਾਗ 'ਚ ਆ ਰਹੀ ਹੈ ਕੇਜਰੀਵਾਲ ਸਾਹਿਬ ਦੇ ਵੀ ਦਿਮਾਗ 'ਚ ਆ ਰਹੀ ਹੋਏਗੀ ਔਰ ਪੂਰੀ ਉਹਨਾਂ ਦੀ ਜੋ ਯੂਨਿਟ ਹੈ, ਟੀਮ ਹੈ, ਉਹਨਾਂ ਦੇ ਵੀ ਦਿਮਾਗ 'ਚ ਆ ਰਹੀ ਹੋਏਗੀ। ਭਗਵੰਤ ਮਾਨ ਕਿਉਂਕਿ ਬਤੌਰ ਆਰਟਿਸਟ ਲੋਕਾਂ ਨਾਲ ਜੁੜੇ ਰਹੇ ਨੇ ਸ਼ੁਰੂ ਤੋਂ, ਲੋਕਾਂ ਦੇ ਮਨ ਨੂੰ ਸਮਝਦੇ ਨੇ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਜੋ ਲੋਕ ਸੱਭਿਆਚਾਰ ਨੂੰ ਸਮਝਦੇ ਨੇ ਉਹ ਹੀ ਕਾਮਯਾਬ ਸਰਕਾਰ ਬਣਾ ਸਕਦੇ ਨੇ, ਕਿਉਂਕਿ ਸੱਭਿਆਚਾਰ ਦੇ ਵਿੱਚ ਲੋਕਾਂ ਦਾ ਮਨ ਹੈ, ਲੋਕਾਂ ਦਾ ਬਿਹੇਵੀਅਰ ਹੈ, ਲੋਕਾਂ ਦੀ ਸੋਚ ਹੈ, ਲੋਕਾਂ ਦੀ ਕਦਰਾਂ ਕੀਮਤਾਂ ਨੇ, ਲੋਕ ਚਾਹੁੰਦੇ ਕੀ ਨੇ। ਸੋ ਭਗਵੰਤ ਮਾਨ ਨੂੰ ਇਹ ਬੈਨੀਫਿਟ ਹੈ ਕਿ ਉਹ ਇੱਕ ਆਰਟਿਸਟ ਦੇ ਵਜੋਂ ਲੋਕਾਂ ਦੇ ਵਿੱਚ ਪਪੂਲਰ ਨੇ, ਲੋਕ ਉਹਨਾਂ ਨੂੰ ਪਿਆਰ ਵੀ ਕਰਦੇ ਨੇ। ਉਸ ਚੀਜ਼ ਦਾ ਫਾਇਦਾ ਉਹਨਾਂ ਨੂੰ ਪੋਲਿਟਿਕਸ ਵਿੱਚ ਹੋ ਰਿਹਾ ਹੈ। ਹੁਣ ਗੱਲ ਅੱਗੇ ਆਉਂਦੀ ਹੈ ਕਿ ਕੌਣ ਇਨਸਾਨ ਹੈ ਜੋ ਸੀਐਮ ਬਣ ਸਕਦਾ ਹੈ ਆਪ ਵੱਲੋਂ। ਬਾਕੀ ਜੋ ਇਹ ਸਟ੍ਰੈਟਜੀ ਹੈ ਇਹ ਟਾਈਮ ਨਾਲ ਖੁੱਲੇਗੀ, ਸ਼ਾਇਦ ਉਹ ਬਾਕੀ ਪਾਰਟੀਆਂ ਦਾ ਵੀ ਵੇਟ ਕਰ ਰਹੇ ਨੇ ਕਿ ਉਹ ਆਪਣੇ ਪੱਤੇ ਕਿਵੇਂ ਖੋਲਦੇ ਨੇ ਤੇ ਫਿਰ ਅਸੀਂ ਆਪਣੇ ਪੱਤੇ ਕਿਵੇਂ ਖੋਲਨੇ ਨੇ।
ਮੈਨੂੰ ਤਾਂ ਕਈ ਵਾਰੀ ਇਦਾਂ ਲੱਗਦਾ ਹੁੰਦਾ ਹੈ ਕਿ ਇਸ ਵਾਰ ਜਿਹੜੇ ਆ ਨਾ, ਜਿੱਦਾਂ ਪਿਛਲੀ ਵਾਰ ਵੀ ਹੋਇਆ ਸੀਗਾ, ਕਹਿੰਦੇ ਆ ਕਿ ਕਾਂਗਰਸ ਅਕਾਲੀ ਇਸ ਗੱਲ ਨੂੰ ਲੈ ਕੇ ਰਲ ਜਾਂਦੇ ਆ ਕਿ ਕਿਤੇ ਆਪ ਨਾ ਜਿੱਤ ਜਾਏ। ਇਹਨਾਂ ਨੂੰ ਆਪਣੇ ਹਾਰਨ ਦੀ ਇੰਨੀ ਟੈਨਸ਼ਨ ਨਹੀਂ ਹੈਗੀ ਜਿੰਨੀ ਆਮ ਆਦਮੀ ਪਾਰਟੀ ਦੀ ਜਿੱਤਣ ਨੂੰ ਲੈ ਕੇ ਟੈਨਸ਼ਨ ਪਈ ਹੋਈ ਹੈ ਸਾਰੀਆਂ ਪਾਰਟੀਆਂ ਨੂੰ, ਕਿਉਂਕਿ ਸਾਰਿਆਂ ਨੂੰ ਇਹੀ ਹੈ ਕਿ ਕਿਤੇ ਜੇ ਇੱਕ ਵਾਰੀ ਸੱਤਾ ਜਾ ਗਏ ਤੇ ਸਾਡਾ ਉਹ ਜਿਹੜਾ ਖੇਡ ਚੱਲਦਾ ਪਿਆ ਸ਼ਕਤੀਮਾਨ ਹੀ ਗੰਗਾਧਰ ਵਾਲਾ ਮੁੱਕ ਜਾਣਾ। ਸੋ ਹਮੇਸ਼ਾ ਇਹੀ ਰਹਿੰਦਾ ਹੈ ਕਿ ਅਸੀਂ ਆਹ ਪਾਰਟੀ ਨਾਲ ਗੱਠਜੋੜ ਕਰ ਲਿਆ, ਅਸੀਂ ਐਤਕੀ ਇਸ ਪਾਰਟੀ ਨਾਲ ਗੱਠਜੋੜ ਕਰ ਲਿਆ। ਸੋ ਕੋਈ ਨਾ ਕੋਈ ਲਾਲਚ ਦਿੱਤੇ ਜਾਂਦੇ ਆ ਕਿ ਦੇਖੋ ਹੁਣ ਅਸੀਂ ਫਲਾਨੀ ਪਾਰਟੀ ਨੂੰ ਨਾਲ ਜੋੜ ਕੇ ਤੁਰ ਪਏ ਆ। ਸੋ ਇਹਨਾਂ ਸਭ ਲਾਲਚ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਗਲਤੀ ਹੈ ਕਿ ਜੇ ਤੁਸੀਂ ਹੱਲੇ ਵੀ ਲਾਲਚਾਂ ਦੇ ਵਿੱਚ ਆ ਕੇ ਆਉਂਦੇ ਹੋ, ਜੇ ਹੱਲੇ ਵੀ ਤੁਸੀਂ ਸਮਾਜ ਦਾ ਬਦਲਾਅ ਨਹੀਂ ਕਰਦੇ ਹੋ, ਤਾਂ ਫਿਰ ਤਾਂ ਤੁਹਾਡੇ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ, ਖਾਸ ਤੌਰ ਤੇ ਉਸ ਟਾਈਮ ਦੇ ਉੱਤੇ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਹੋਵੇ। ਫਿਰ ਵੀ ਤੁਸੀਂ ਉਹੀ ਆਪਣੀ ਰੂੜੀਵਾਦੀਆਂ ਦੇ ਨਾਲ ਵੋਟ ਪਾਓ, ਉਹੀ ਸਾਡੀ ਪਾਰਟੀ ਨੂੰ ਸੋਚ ਕੇ ਵੋਟ ਪਾਓ, ਤੁਸੀਂ ਕਿਸਾਨ ਅੰਦੋਲਨ ਨੂੰ ਧਿਆਨ 'ਚ ਰੱਖ ਕੇ ਵੋਟ ਨਾ ਪਾਓ। ਫਿਰ ਤਾਂ ਭੁੱਲ ਜਾਓ ਕਿ ਕਦੀ ਸਮਾਜ ਦਾ ਭਲਾ ਹੋਊਗਾ ਜਾਂ ਇਸ ਸਮਾਜ ਦੇ ਵਿੱਚ ਕਦੇ ਚੇਂਜ ਆਏਗਾ। ਕੁਛ ਨਾ ਕੁਛ ਤੇ ਫਿਸ਼ੀ ਹੈ, ਕੁਛ ਨਾ ਕੁਛ ਤੇ ਐਸਾ ਹੈ ਜੋ ਖੁੱਲਣ ਦਾ ਇਹਨਾਂ ਨੂੰ ਡਰ ਹੈ। ਇਸ ਕਰਕੇ ਆਪ ਨਹੀਂ ਜਿੱਤਣੀ ਚਾਹੀਦੀ, ਜਾਂ ਜੋ ਵੀ ਆਦਮੀ ਕੁਝ ਖੋਲਣਾ ਚਾਹੁੰਦਾ ਹੈ ਕਿ ਅਸਲ ਵਿੱਚ ਮੁੱਦੇ ਕੀ ਨੇ, ਅਸਲ ਵਿੱਚ ਇਹਦੇ ਅੰਦਰ ਜੋ ਛੁਪੀ ਹੋਈ ਸੱਚਾਈ ਹੈ ਉਹ ਕੀ ਹੈ, ਉਹ ਇਹਨਾਂ ਨੂੰ ਦੁਸ਼ਮਣ ਲੱਗਦਾ ਹੈ ਜਾਂ ਆਪਣਾ ਵਿਰੋਧੀ ਲੱਗਦਾ ਹੈ। ਕਾਰਨ ਕੀ ਹੈ? ਇਹਦਾ ਮਤਲਬ ਇਹ ਹੈ ਕਿ ਕੁਝ ਨਾ ਕੁਝ ਗੜਬੜ ਜ਼ਰੂਰ ਹੈ। ਜਾਂ ਤਾਂ ਕਿਹੜੀ ਗੜਬੜ ਲੱਗਦੀ ਹੈ ਤੁਹਾਨੂੰ? ਕੁਝ ਵੀ ਹੋ ਸਕਦਾ, ਜਾਂ ਤਾਂ ਦਾਲ 'ਚ ਕੁਝ ਕਾਲਾ ਜਾਂ ਪੂਰੀ ਦਾਲ ਹੀ ਕਾਲੀ ਹੈ। ਕੁਝ ਨਾ ਕੁਝ ਤੇ ਐਸਾ ਹੈ ਜਿਸ ਦਾ ਇਹਨਾਂ ਨੂੰ ਡਰ ਲੱਗਿਆ ਹੋਇਆ ਹੈ, ਕੁਝ ਨਾ ਕੁਝ ਇਹਨਾਂ ਨੇ ਐਸਾ ਕੀਤਾ ਹੈ। ਕਿਉਂ? ਅਸੀਂ ਸਾਰੇ ਸਮਝਦੇ ਹਾਂ, ਜੇ ਖੁੱਲ ਕੇ ਨਾ ਵੀ ਬੋਲੀਏ ਤਾਂ ਵੀ ਸਮਝਦਾਰ ਨੂੰ ਇਸ਼ਾਰਾ ਕਾਫੀ ਹੈ। ਤਾਂ ਇਹ ਜਿਹੜਾ ਡਰ ਬਣਿਆ ਹੋਇਆ ਹੈ ਨਾ, ਇਹ ਡਰ ਜਿਹੜਾ ਹੈ ਇਹ ਕਿਸੇ ਦੇ ਵੀ ਵਿਰੁੱਧ ਹੋ ਸਕਦਾ ਹੈ ਜੋ ਬੰਦਾ ਸੱਚਾਈ ਦੀ ਗੱਲ ਕਰੇ। ਅਕਾਲੀ ਦਲ ਦੀ ਤਾਂ ਇੱਕ ਸਿੱਧੀ ਜੀ ਖਾਸੀਅਤ ਆ, ਜਦੋਂ ਵੋਟਾਂ ਨੇੜੇ ਆਉਂਦੀਆਂ ਇਹ ਭੁੱਲਾਂ ਬਖਸ਼ਾਉਣ ਲੱਗ ਪੈਂਦੇ ਹੈਨਾ। ਤੁਹਾਨੂੰ ਵੀ ਪਤਾ ਹੋਣਾ ਹੈ ਕਿ ਕਦੇ ਕਿਤੇ ਜਾ ਕੇ ਭੁੱਲ ਬਖਸ਼ਾਉਣ ਲੱਗ ਜਾਂਦੇ ਨੇ, ਕਦੇ ਕਿਤੇ। ਇਹਨਾਂ ਦੀ ਤਾਂ ਸਿੱਧੀ ਜੀ ਸਟ੍ਰੈਟਜੀ ਆ ਕਿ 5 ਸਾਲ ਭੁੱਲਾਂ ਕਰੋ ਤੇ ਜਦੋਂ 5 ਸਾਲਾਂ ਬਾਅਦ ਵੋਟਾਂ ਆਉਣੀਆਂ ਉਹਨਾਂ ਨੂੰ ਬਖਸ਼ਾਉਣ ਚੱਲ ਜਾਓ। ਤੁਸੀਂ ਇੰਨੀਆਂ ਭੁੱਲਾਂ ਕਰਦੇ ਕਿਉਂ ਆ ਕਿ ਹਰੇਕ ਸਾਲ ਬਾਅਦ ਤੁਹਾਨੂੰ ਬਖਸ਼ਾਉਣ ਜਾਣਾ ਪੈਂਦਾ ਆ? ਮੈਂ ਕਿਸੇ ਸੱਜਣ ਦੀ ਟਾਕ ਸੁਣ ਰਹੀ ਸੀ, ਉਹ ਸੱਜਣ ਨੇ ਕਿਹਾ ਕਿ ਐਤਕੀ ਇਹਨਾਂ ਨੇ ਬੀਐਸਪੀ ਦੀ ਪਾਰਟੀ ਨੂੰ ਵੀ ਨਾਲ ਰਲਾ ਕੇ ਭੁੱਲ ਬਖਸ਼ਾਉਣੀ ਸ਼ੁਰੂ ਕਰਤੀ। ਇਹ ਦੱਸੋ ਕਿ ਪਹਿਲਾਂ ਬੀਐਸਪੀ ਤੋਂ ਭੁੱਲ ਕਿਹੜੀ ਹੋਈ ਆ? ਸ਼ਾਇਦ ਇਹਨਾਂ ਨੇ ਜਿਹੜਾ ਬੀਐਸਪੀ ਨਾਲ ਗੱਠਜੋੜ ਕੀਤਾ ਹੈ ਉਹ ਇਹਨਾਂ ਦੀ ਭੁੱਲ ਹੈ, ਉਹ ਬਖਸ਼ਾਉਣ ਗਏ ਨੇ। ਖੈਰ, ਇਹ ਤਾਂ ਚੱਲਦਾ ਹੀ ਰਹਿੰਦਾ, ਪੋਲੀਟੀਕਲ ਗੇਮਸ ਨੇ। ਪਰ ਨਿਹੰਗ ਸਿੰਘਾਂ ਨੇ ਕੋਈ ਭੁੱਲ ਨਹੀਂ ਕੀਤੀ। ਉਹਨਾਂ ਨੇ ਫੈਸਲਾ ਲਿਆ ਹੈ ਕਿ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਬਣੇ ਰਵਾਂਗੇ, ਔਰ ਬਹੁਤ ਸਾਰੇ ਲੋਕਾਂ ਨੇ ਇਸ ਹੱਕ ਦੇ ਵਿੱਚ ਹਾਂ ਕੀਤੀ ਹੈ। ਮਤਾ ਪਾਸ ਹੋ ਗਿਆ ਹੈ ਤੇ ਹੁਣ ਉਹ ਡਟੇ ਰਹਿਣਗੇ, ਕਿਉਂਕਿ ਫੌਜਾਂ ਚਾਹੀਦੀਆਂ ਨੇ ਸਾਡੀਆਂ। ਉੱਥੇ ਜੋ ਖਾਲਸੇ ਦੀਆਂ ਫੌਜਾਂ ਨੇ ਉਹ ਜ਼ਰੂਰ ਚਾਹੀਦੀਆਂ ਨੇ। ਹੱਲਾਸ਼ੇਰੀ ਉਹਨਾਂ ਵੱਲੋਂ ਜੋ ਦਿੱਤੀ ਜਾਂਦੀ ਹੈ, ਉਹਨਾਂ ਨਾਲ ਕਿਸਾਨਾਂ ਦਾ ਵੀ ਜੋ ਮਨੋਬਲ ਹੈ, ਜੋ ਉਹਨਾਂ ਦੀ ਵਿਲ ਪਾਵਰ ਹੈ, ਉਹ ਹੋਰ ਜ਼ਿਆਦਾ ਸਟਰੋਂਗ ਹੁੰਦੀ ਹੈ। ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਹੋਏ ਕੁਝ ਲੋਕਾਂ ਦੇ ਮੂੰਹੋਂ ਇਹ ਗੱਲ ਸੁਣੀ ਸੀਗੀ ਕਿ ਦਿੱਲੀ ਦੀਆਂ ਜਿਹੜੀਆਂ ਪੁਲਿਸ ਦੀਆਂ ਫੌਜਾਂ ਨੇ ਉਹ ਇੱਕ ਵਾਰੀ ਜ਼ਰੂਰ ਸੋਚਦੀਆਂ ਨੇ ਕਿ ਬਈ ਨਿਹੰਗ ਸਿੰਘਾਂ ਦੇ ਵਿੱਚ ਇੰਨੀ ਤਾਕਤ ਕਿੱਥੋਂ ਹੈ, ਇਹ ਇਦਾਂ ਦੇ ਕਤਕ ਕਿੱਥੋਂ ਸਿੱਖਦੇ ਆ, ਇਦਾਂ ਦੇ ਜੌਹਰ ਕਿੱਥੋਂ ਸਿੱਖਦੇ ਆ ਕਿ ਇੰਨੀ ਦੂਰ ਐਨੂੰ ਦੌੜ ਜਾਂਦੇ ਆ, ਇੰਨੀ ਦੂਰ ਐਨੂੰ ਦੌੜ ਜਾਂਦੇ ਆ। ਮਤਲਬ ਉਹ ਫਿਜ਼ੀਕਲੀ ਵੀ ਇੰਨੇ ਸਟਰੋਂਗ ਆ, ਮੈਂਟਲੀ ਵੀ ਇੰਨੇ ਸਟਰੋਂਗ ਆ। ਔਰ ਉਹਨਾਂ ਨੂੰ ਕੀ ਮਿਲ ਰਿਹਾ ਉੱਥੇ ਬੈਠ ਕੇ? ਉਹ ਤਾਂ ਭਗਤ ਹੋ ਚੁੱਕੇ ਆ ਨਾ, ਆਪਣੀ ਜ਼ਿੰਦਗੀ ਦੇ ਵਿੱਚ ਮਸਤ ਆ। ਉਹ ਸਾਡੇ ਕਰਕੇ ਉੱਥੇ ਬੈਠੇ ਹੋਏ ਆ, ਸਾਡੇ ਪੰਜਾਬੀਆਂ ਕਰਕੇ ਉੱਥੇ ਬੈਠੇ ਹੋਏ ਆ। ਔਰ ਜਿਹੜਾ ਮਤਾ ਪਾਸ ਹੋਇਆ ਹੈ, ਯਕੀਨਨ ਮੈਨੂੰ ਇਦਾਂ ਲੱਗਦਾ ਕਿ ਬਹੁਤ ਵਧੀਆ ਗੱਲ ਹੋਈ ਆ, ਕਿਉਂਕਿ ਜਿਹੜੇ ਕੁਝ ਸ਼ਰਾਰਤੀ ਅਨਸਰ ਸੀਗੇ ਉਹਨਾਂ ਦੇ ਵੱਲੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਨਿਹੰਗ ਸਿੰਘਾਂ ਹੋਣਾ ਦੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿੱਦਾਂ ਉਹ ਬੀੜੀ ਵਾਲਾ ਸੀਨ ਹੋਇਆ ਸੀ, ਮੁਰਗੇ ਵਾਲਾ ਸੀਨ ਹੋਇਆ ਸੀਗਾ, ਉਹ ਬਾਅਦ ਦੇ ਵਿੱਚ ਉਹ ਬੰਦਾ ਝੂਠਾ ਨਿਕਲਿਆ ਜਿਹਨੇ ਮੁਰਗੇ ਦਾ ਇਲਜ਼ਾਮ ਲਗਾਇਆ ਸੀ। ਫਿਰ ਸਾਰੇ ਪਾਸੇ ਉਹ ਖਬਰ ਆਈ ਹੈ ਹਨਾ ਕਿ ਉਹ ਨਿਹੰਗ ਸਿੰਘ ਸੱਚੇ ਸਾਬਤ ਹੋ ਚੁੱਕੇ ਆ, ਨਿਊਜ਼ ਦੇ ਵਿੱਚ ਵੀ ਇਹ ਚੀਜ਼ ਆ ਚੁੱਕੀ ਆ। ਸੋ ਅਸੀਂ ਜਦੋਂ ਵੀ ਕੋਈ ਚੀਜ਼ ਹੁੰਦੀ ਹੈ ਇਹ ਸੋਚਣ ਲੱਗ ਪੈਂਦਾ ਕਿ ਹੁਣ ਕਿਸੇ ਤਰੀਕੇ ਦੇ ਨਾਲ ਇਹ ਹੋਰ ਇਮੇਜ ਖਰਾਬ ਕਰਕੇ ਇਸ ਚੀਜ਼ ਨੂੰ ਪਾਸੇ ਕੀਤਾ ਜਾਏ। ਪਰ ਲੋਕਾਂ ਦੀ ਏਕਤਾ ਕਿਸਾਨ ਅੰਦੋਲਨ 'ਚ ਇੰਨੀ ਕੁ ਨਜ਼ਰ ਸਾਹਮਣੇ ਆ ਚੁੱਕੀ ਆ ਕਿ ਜਦੋਂ ਕੋਈ ਵੀ ਕਿਤੇ ਇਦਾਂ ਦੀ ਘਟਨਾ ਹੁੰਦੀ ਆ, ਉਸ ਤੋਂ ਬਾਅਦ ਮੀਟਿੰਗਸ ਹੁੰਦੀਆਂ, ਮੀਟਿੰਗਸ ਦੇ ਵਿੱਚ ਫੈਸਲੇ ਲਏ ਜਾਂਦੇ ਆ। ਔਰ ਫੈਸਲੇ ਜਿਹੜੇ ਆ, ਮੈਨੂੰ ਇਦਾਂ ਲੱਗਦਾ ਹੈ ਕਿ ਜਦੋਂ ਸਰਬ ਸੰਪਤੀ ਦੇ ਨਾਲ ਲੋਕਾਂ ਨੂੰ ਧਿਆਨ ਵਿੱਚ, ਹਿੱਤ ਵਿੱਚ ਰੱਖ ਕੇ ਕੀਤੇ ਜਾਂਦੇ ਆ, ਫਿਰ ਉਹਨਾਂ ਫੈਸਲਿਆਂ ਦਾ ਕੋਈ ਫਾਇਦਾ ਹੁੰਦਾ ਹੈ। ਬਿਲਕੁਲ ਜੀ, ਕਿਉਂਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਹਮੇਸ਼ਾ ਬਾਣੀ ਪੜ੍ਹਦੇ ਨੇ ਤਾਂ ਮਨ ਨੀਵਾਂ ਮਤ ਉੱਚੀ, ਇਸ ਵਾਕ ਦੇ ਉੱਤੇ ਉਹ ਚੱਲਦੇ ਨੇ। ਇਸ ਕਰਕੇ ਜਿਹੜੇ ਵੀ ਫੈਸਲੇ ਲਿੱਤੇ ਜਾਂਦੇ ਨੇ ਵਾਹਿਗੁਰੂ ਦੀ ਮਿਹਰ ਦੇ ਨਾਲ ਲੈਂਦੇ ਨੇ ਤਾਂ ਉਹਦੇ ਉੱਤੇ ਡਟੇ ਰਹਿੰਦੇ ਨੇ ਔਰ ਉਹਦੇ ਉੱਤੇ ਬਿਲਕੁਲ ਸੋਚ ਦੇ ਉੱਤੇ ਪਹਿਰਾ ਦਿੰਦੇ ਨੇ। ਤਾਂ ਇਹ ਇੱਕ ਹਾਂ ਪੱਖੀ ਸੰਕੇਤ ਹੈ ਔਰ ਇਹਦੇ ਨਾਲ ਸਾਡੇ ਕਿਸਾਨ ਅੰਦੋਲਨ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਿਹੜਾ ਕਾਂਡ ਹੋਇਆ ਦਿੱਲੀ ਬਾਰਡਰ ਦੇ ਉੱਤੇ, ਉਸ ਤੋਂ ਬਾਅਦ ਨਿਹੰਗ ਸਿੰਘਾਂ ਦੇ ਵੱਲੋਂ ਜਿਹੜੇ ਕਦਮ ਚੱਕੇ ਗਏ, ਉਸ ਤੋਂ ਬਾਅਦ ਖਬਰਾਂ ਚੱਲੀਆਂ ਕਿ ਇੱਕ ਦਲਿਤ ਦੇ ਨਾਲ ਅਜਿਹਾ ਹੋਇਆ।
ਤੇ ਫਿਰ ਉਸ ਤੋਂ ਬਾਅਦ ਇਹ ਜਵਾਬ ਆਇਆ ਹੈ ਕਿ ਜਿਹੜੇ ਨਿਹੰਗ ਸਿੰਘ ਹੋਣਾ ਨੇ ਇਹ ਕਦਮ ਚੁੱਕਿਆ ਉਹ ਆਪ ਖੁਦ ਦਲਿਤ ਪਰਿਵਾਰ ਦੇ ਨਾਲ ਸੰਬੰਧਿਤ ਨੇ, ਕਿਉਂਕਿ ਇਹ ਬੜੀ ਮਾਣ ਦੀ ਗੱਲ ਹੈ ਕਿ ਜਿਹੜਾ ਦਲਿਤ ਭਾਈਚਾਰੇ ਦੇ ਲੋਕ ਨੇ ਉਹ ਵੀ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਦੇ ਨਾਲ ਦਿੱਲੀ ਦੇ ਬਾਰਡਰਾਂ ਤੇ ਬੈਠੇ ਹੋਏ ਨੇ। ਤੁਸੀਂ ਦੇਖਿਆ ਹੋਣਾ ਕਿ ਜਦੋਂ ਪੂਰਾ ਪੰਜਾਬ ਜਾਂ ਪੂਰਾ ਭਾਰਤ ਬੰਦ ਹੁੰਦਾ ਹੈ ਕਿਸਾਨਾਂ ਦੇ ਹੱਕ 'ਚ, ਮੈਂ ਖੁਦ ਇੰਟਰਵਿਊ ਕਰਨ ਜਾਂਦੀ ਰਹੀ ਹਾਂ ਪੰਜਾਬ ਮੇਲ ਯੂਐਸਏ ਦੀ ਟੀਮ ਦੇ ਵੱਲੋਂ, ਦਲਿਤ ਭਾਈਚਾਰੇ ਦੇ ਲੋਕਾਂ ਨੇ ਇੰਨਾ ਵੱਧ ਚੜ ਕੇ ਸਾਥ ਦਿੱਤਾ ਹੈ ਕਿਸਾਨ ਅੰਦੋਲਨ ਦਾ ਕਿ ਅਸੀਂ ਸ਼ਲਾਘਾ ਕਰਦੇ ਹਾਂ ਉਹਨਾਂ ਨੂੰ। ਕਿ ਉਹਨਾਂ ਨੇ ਇੱਕ ਗੱਲ ਮੈਨੂੰ ਯਾਦ ਆ, ਮੈਨੂੰ ਇੱਕ ਸੱਜਣ ਮਿਲੇ ਸੀ, ਉਹਨਾਂ ਨੇ ਇਦਾਂ ਦੀ ਗੱਲ ਕਹੀ ਕਿ ਮੈਨੂੰ ਅੱਜ ਤੱਕ ਕਦੀ ਨਹੀਂ ਭੁੱਲਦੀ। ਕਹਿੰਦੇ ਇਹ ਕਹਿਣੀਆਂ ਗੱਲਾਂ ਛੱਡ ਦਿਓ ਕਿ ਇਹ ਕੱਲਾ ਜੱਟਾਂ ਦਾ ਅੰਦੋਲਨ ਆ ਜਾਂ ਕੱਲੇ ਕਿਸਾਨਾਂ ਦਾ ਅੰਦੋਲਨ ਆ, ਕਹਿੰਦੇ ਕੱਲ ਨੂੰ ਆਪਾਂ ਹੀ ਕਹਿਣਾ ਉਹ ਦੇਖੋ ਰੇੜੀ ਤੇ ਗੋਭੀ ਦਾ ਫੁੱਲ ਜਾਂਦਾ ਕਦੀ ਖਾਈਦਾ ਹੁੰਦਾ ਸੀ। ਬਿਲਕੁਲ ਜੀ, ਹੋ ਸਕਦਾ ਸਾਨੂੰ ਕਿਤਾਬਾਂ 'ਚ ਦੇਖਣ ਨੂੰ ਮਿਲੇ ਕਿ ਗੋਭੀ ਇਦਾਂ ਦੀ ਹੁੰਦੀ ਸੀ, ਇੰਨਾ ਮਹਿੰਗਾ ਸਾਰਾ ਕੁਝ ਹੋ ਜਾਣਾ। ਸੋ ਦੇਖੋ ਹੁਣ ਇੱਥੇ ਦਲਿਤ ਭਾਈਚਾਰੇ ਦੇ ਲੋਕ ਨਾਲ ਆ, ਪਰ ਕੁਝ ਲੋਕ ਇਸ ਮਸਲੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਾਤ ਪਾਤ ਦਾ ਨਾਮ ਦੇ ਕੇ। ਫਿਰ ਸਟ੍ਰੈਟੇਜੀ ਉੱਥੇ ਲੈ ਆਉਂਦੇ ਆ ਕਿ ਕਿਸੇ ਤਰੀਕੇ ਨਾਲ ਜਾਤ ਦੀ ਗੱਲ ਕਮਾ ਦਿਓ, ਲੋਕਾਂ ਦੀਆਂ ਭਾਵਨਾਵਾਂ ਭੜਕ ਜਾਣ ਤੇ ਸਾਰਾ ਕੁਝ ਖਰਾਬ ਹੋ ਜਾਵੇ। ਪਰ ਮੈਨੂੰ ਇੰਨਾ ਪਤਾ ਹੈ ਕਿ ਜਿਹੜੇ ਲੋਕ ਕਿਸਾਨਾਂ ਦੇ ਹੱਕ 'ਚ ਖੜੇ ਆ, ਜਿਹੜੇ ਚਾਹੁੰਦੇ ਆ ਕਿ ਦਿੱਲੀ ਦੇ ਬਾਰਡਰਾਂ ਤੇ ਸ਼ਾਂਤੀ ਬਣੀ ਰਹੇ, ਇੰਨੇ ਸਾਲਾਂ ਦੀ ਜਿਹੜੀ ਉਹਨਾਂ ਦੀ ਮਿਹਨਤ ਲੱਗੀ ਹੋਈ ਪਿਛਲੇ 1 ਸਾਲ ਤੋਂ ਇੰਨੇ ਮਹੀਨਿਆਂ ਦੀ ਮਿਹਨਤ ਆ ਉਹ ਖਰਾਬ ਨਾ ਹੋਵੇ, ਫਿਰ ਕੋਈ ਵੀ ਲੋਕ ਧਰਮ ਤੇ ਜਾਤ ਦੀਆਂ ਮਾੜੀਆਂ ਗੱਲਾਂ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦਾ। ਬਿਲਕੁਲ, ਇਹ ਤਾਂ ਭਾਵਨਾਵਾਂ ਦੀ ਗੱਲ ਹੈ ਕਿ ਉਹ ਕਾਮਯਾਬ ਹੋਣ, ਪਰ ਇਹਦੇ ਪਿੱਛੇ ਜਿਹੜੇ ਚਲਾਕ ਲੋਕ ਬੈਠੇ ਨੇ, ਜਿਹੜੇ ਇਸ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੇ ਨੇ, ਉਹਨਾਂ ਦੀ ਚਲਾਕੀ ਨੂੰ ਫੜਨਾ ਪਏਗਾ ਤੇ ਉਹਨਾਂ ਨੂੰ ਉਹਨਾਂ ਦੀ ਭਾਸ਼ਾ 'ਚ ਜਵਾਬ ਦੇਣਾ ਪਏਗਾ। ਕਿਉਂਕਿ ਅਸੀਂ ਦੇਖਦੇ ਹਾਂ ਕਿ ਆਜ਼ਾਦੀ ਤੋਂ ਬਾਅਦ ਧਰਮ ਤੇ ਜ਼ਾਤ ਇਹ ਦੋ ਚੀਜ਼ਾਂ ਦੇ ਉੱਤੇ ਪੂਰੀ ਰਾਜਨੀਤੀ ਚੱਲਦੀ ਪਈ ਹੈ, ਇਹਦੇ ਉੱਤੇ ਹੀ ਲੋਕਾਂ ਨੂੰ ਵੰਡਦੇ ਨੇ। ਕਾਰਨ ਇਹਦਾ ਇਹ ਹੈ ਕਿ ਕੋਈ ਸਦੀਆਂ ਤੋਂ ਸਾਡਾ ਮਾਈਂਡ ਜਿਹੜਾ ਇਸ ਤਰ੍ਹਾਂ ਹੀ ਕੰਡੀਸ਼ਨ ਹੋਇਆ ਹੈ, ਅਸੀਂ ਧਾਰਮਿਕ ਲੋਕ ਹਾਂ, ਇਸ ਕਰਕੇ ਉਹਨੂੰ ਪੋਲਿਊਟ ਕਰੋ, ਉਹਨੂੰ ਕਰਪਟ ਕਰੋ। ਅਸੀਂ ਜ਼ਾਤਾਂ 'ਚ ਵੰਡੇ ਹੋਏ ਹਾਂ, ਹਾਲਾਂਕਿ ਜ਼ਾਤਾਂ ਬਣਾਈਆਂ ਗਈਆਂ ਸੀ ਕੰਮਕਾਰ ਦੇ ਮੁਤਾਬਿਕ। ਤੁਸੀਂ ਆਪਣੀ ਜ਼ਾਤ ਬਦਲ ਸਕਦੇ ਹੋ ਕੰਮ ਦੇ ਨਾਲ। ਅੱਛਾ ਸੰਜੀਵ ਜੀ, ਮੈਂ ਤੁਹਾਨੂੰ ਇੱਕ ਗੱਲ ਪੁੱਛਦੀ ਹਾਂ। ਮੈਂ ਵੀ ਆਪਣੀ ਜ਼ਿੰਦਗੀ 'ਚ ਕਈ ਦੋਸਤ ਬਣਾਏ, ਕਈ ਮੇਰੇ ਜਾਣਕਾਰ ਬਣੇ, ਤੁਹਾਡੇ ਵੀ ਬਣੇ ਜੀ, ਕਿ ਜਦੋਂ ਤੁਹਾਡਾ ਜਾਣਕਾਰ ਬਣਦਾ ਪਹਿਲਾਂ ਤੁਸੀਂ ਉਹਨੂੰ ਪੁੱਛਦੇ ਹੋ ਕਿ ਤੂੰ ਹਿੰਦੂ ਹੈ, ਸਿੱਖ ਹੈ, ਮੁਸਲਮ ਹੈ, ਈਸਾਈ ਹੈ। ਜੇ ਤੁਹਾਨੂੰ ਉਸ ਦੇ ਨਾਲ ਜ਼ਿੰਦਗੀ ਦੇ ਵਿੱਚ ਵਿਚਰਨ ਤੋਂ ਬਾਅਦ, ਉਸ ਨਾਲ ਕੁਝ ਚੰਗੇ ਪਲ ਬਿਤਾਉਣ ਤੋਂ ਬਾਅਦ, ਉਸਨੂੰ ਦੋਸਤ ਬਣਾਉਣ ਤੋਂ ਬਾਅਦ ਪਤਾ ਲੱਗਿਆ ਕਿ ਉਹ ਕਿਸ ਜਾਤ ਦਾ ਹੈ, ਪਹਿਲੀ ਤਾਂ ਗੱਲ ਇਹ ਹੈ ਨਾ ਕਿ ਜਦੋਂ ਆਪਾਂ ਕਿਸੇ ਨੂੰ ਮਿਲਦੇ ਹਾਂ ਆਪਣਾ ਦਿਲ ਮਿਲਣਾ ਚਾਹੀਦਾ, ਆਪਣੇ ਵਿਚਾਰ ਮਿਲਣੇ ਚਾਹੀਦੇ ਨੇ, ਸੋਚ ਮਿਲਣੀ ਚਾਹੀਦੀ ਹੈ। ਉਹਦੇ 'ਚ ਨਾ ਜ਼ਾਤ ਹੈ ਨਾ ਧਰਮ ਹੈ, ਕਿਉਂਕਿ ਉੱਥੇ ਗੁਰੂ ਸਾਹਿਬ ਦੀ ਗੱਲ ਆ ਜਾਂਦੀ ਹੈ ਕਿ ਮਾਨਸ ਕੀ ਜਾਤ ਸਭ ਇੱਕ ਕੇ ਪਹਿਚਾਨ ਹੋ, ਔਰ ਇੱਕ ਪਿਤਾ ਇੱਕ ਕਸ ਕੇ ਹਮ ਬਾਰਿਕ, ਇੱਕ ਨੂਰ ਤੇ ਸਭ ਜਗ ਉਪਜਿਆ। ਕਿਉਂਕਿ ਸਾਡਾ ਆਧਾਰ ਹੈ ਬਾਬਾ ਨਾਨਕ ਤੇ ਉਹਨਾਂ ਦੀ ਬਾਣੀ ਦੇ ਮੁਤਾਬਿਕ ਅਸੀਂ ਸਾਰੇ ਮਨੁੱਖ ਜੋ ਇੱਕੋ ਹੀ ਜਾਤੀ ਦੇ ਹਾਂ। ਤੇ ਸਾਨੂੰ ਸਾਰਿਆਂ ਨੂੰ ਇਹ ਗੱਲ ਦਿਮਾਗ 'ਚ ਬਿਠਾ ਕੇ ਰੱਖਣੀ ਚਾਹੀਦੀ ਹੈ ਕਿ ਸਭ ਤੋਂ ਵੱਡੀ ਗੱਲ ਹੈ ਆਪਸੀ ਪ੍ਰੇਮ। ਠੀਕ ਹੈ ਨਾ, ਸਾਡੀ ਸੋਚ ਕਿੰਨੀ ਪੁਖਤਾ ਹੈ। ਆ ਗਲਤ ਸੋਚ ਨਾਲ ਤੇ ਕਦੀ ਦੋਸਤੀ ਵੀ ਨਹੀਂ ਹੋ ਸਕਦੀ, ਤੇ ਜੇ ਦੋਸਤੀ ਹੋਏਗੀ ਤਾਂ ਇੱਕ ਦੂਜੇ ਦਾ ਫਾਇਦਾ ਚੁੱਕੋਗੇ, ਤੇ ਜਦੋਂ ਫਾਇਦਾ ਕੱਢ ਲਿਆ ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ। ਮੁੱਕਦੀ ਗੱਲ ਇਹ ਹੈ ਕਿ ਜਦੋਂ ਕੋਈ ਵੀ ਇਨਸੀਡੈਂਟ ਹੁੰਦਾ, ਕਿਸੇ ਵੀ ਚੀਜ਼ ਨਾਲ ਰਿਲੇਟਡ ਹੁੰਦਾ, ਚਾਹੇ ਮਹੱਲੇ ਦਾ ਹੋਵੇ, ਗਲੀ ਦਾ ਹੋਵੇ, ਉਹਨੂੰ ਇਨਸਾਨਾਂ ਦੀ ਇੱਕ ਗੱਲਬਾਤ ਰਹਿਣ ਦਿਓ। ਉਸਨੂੰ ਜਾਤ ਦੇ ਵਿੱਚ ਬਦਲ ਕੇ ਸਮਾਜ ਦੇ ਵਿੱਚ ਅਸ਼ਾਂਤੀ ਨਾ ਫੈਲਾਈਏ। ਇੱਕ ਇਨਸਾਨ ਨੇ ਗਲਤੀ ਕੀਤੀ ਆ ਔਰ ਇੱਕ ਇਨਸਾਨ ਦੇ ਨਾਲ ਗਲਤ ਹੋਇਆ ਹੈ ਤੇ ਦੂਸਰੇ ਇਨਸਾਨ ਹੀ ਇਸ ਦਾ ਫੈਸਲਾ ਕਰਨ। ਇਹ ਨਾ ਹੋਵੇ ਕਿ ਇੱਕ ਫਲਾਨੀ ਜਾਤ ਦੇ ਬੰਦੇ ਨੇ ਗਲਤੀ ਕੀਤੀ ਆ ਤਾਂ ਫਲਾਨੀ ਜਾਤ ਦੇ ਨਾਲ ਕੀਤੀ ਆ, ਹੁਣ ਬਾਕੀ ਜਾਤਾਂ ਪੈਦਾ ਕਰੂਗੀਆਂ ਜਾਂ ਫੈਸਲਾ ਕਰੂਗੀਆਂ। ਇਹ ਫਿਰ ਗਲਤ ਸਿੱਟੇ ਨਿਕਲਦੇ ਆ, ਕਿਉਂਕਿ ਇਨਸਾਨੀਅਤ ਦੇ ਉੱਤੇ ਹੀ ਸਭ ਕੁਝ ਟੁਕਿਆ ਹੋਇਆ ਹੈ। ਕਿਉਂਕਿ ਗੱਲ ਉੱਥੇ ਮੁੱਕਦੀ ਹੈ, ਜਿਵੇਂ ਮੈਂ ਸੰਜੀਵ ਹੁਣਾਂ ਨੂੰ ਪੁੱਛਿਆ, ਮੈਂ ਤਾਂ ਆਪ ਖੁਦ ਜ਼ਿੰਦਗੀ ਦੇ ਵਿੱਚ ਕਿਸੇ ਦੇ ਨਾਲ ਜਦੋਂ ਦੋਸਤੀ ਪਾਈ ਹੈ, ਬਹੁਤ ਸਾਰੇ ਧਰਮਾਂ ਦੇ ਲੋਕ ਸਾਡੇ ਦੋਸਤ ਨੇ, ਸਾਨੂੰ ਤਾਂ ਕਦੇ ਕੋਈ ਫਰਕ ਨਹੀਂ ਪਿਆ। ਜੇ ਲੜਾਈ ਵੀ ਹੋ ਜਾਂਦੀ ਹੈ ਤਾਂ ਇਦਾਂ ਲੱਗਦਾ ਹੈ ਕਿ ਸਾਹਮਣੇ ਵਾਲੇ ਬੰਦੇ ਨਾਲ ਹੋਈ ਆ, ਉਹਦੀ ਜਾਤ ਨਾਲ ਤੇ ਨਹੀਂ ਹੋਈ। ਬਿਲਕੁਲ, ਇਸੇ ਚੀਜ਼ ਨੇ ਹੀ ਦੁਨੀਆ ਦੇ ਵਿੱਚ ਜਿਹੜੀ ਨਫ਼ਰਤ ਪੈਦਾ ਕੀਤੀ ਹੈ। ਮੈਂ ਹਿੰਦੁਸਤਾਨੀ ਆ, ਉਹ ਕਹੇਗਾ ਮੈਂ ਪਾਕਿਸਤਾਨੀ ਆ, ਉਹ ਕਹੇਗਾ ਮੈਂ ਜਰਮਨ ਦਾ ਹਾਂ। ਗੱਲ ਤੇ ਆਉਣੀ ਹੈ, ਹਿੰਦੁਸਤਾਨੀ ਪਾਕਿਸਤਾਨ ਦੀ ਗੱਲ ਛਿੜੀ ਹੈ ਤੇ ਹਿੰਦੁਸਤਾਨ T20 ਵਰਲਡ ਕੱਪ ਮੈਚ ਜਿਹੜੇ ਚੱਲ ਰਹੇ ਆ ਉਹਨਾਂ 'ਚ ਪਾਕਿਸਤਾਨ ਦੇ ਹੱਥੋਂ ਹਾਰ ਗਿਆ। ਬਿਲਕੁਲ ਠੀਕ ਹੈ, ਤੇ ਪਾਕਿਸਤਾਨ ਦੇ ਵਿੱਚ ਜਸ਼ਨ ਮਨਾਏ ਗਏ। ਹੁਣ ਜਿਹੜੇ ਸਾਡੇ ਆਦਿੱਤਿਆਨਾਥ ਜੋਗੀ ਨੇ, ਯੂਪੀ ਦੇ CM, ਬਿਲਕੁਲ ਉਹਨਾਂ ਦਾ ਬਿਆਨ ਆ ਗਿਆ ਕਿ ਜਿਹੜੇ ਬੰਦਿਆਂ ਨੇ ਪਾਕਿਸਤਾਨ ਦੀ ਜਿੱਤ ਦੇ ਜਸ਼ਨ ਮਨਾਇਆ ਉਹਨਾਂ ਦੇ ਵਿਰੁੱਧ ਦੇਸ਼ ਧਰੋਹੀ ਦਾ ਮਾਮਲਾ ਦਰਜ ਹੋਏਗਾ। ਕੀ ਤੁਸੀਂ ਸੋਚ ਸਕਦੇ ਹੋ? ਬਹੁਤ ਸਾਰੇ ਲੋਕਾਂ ਨੇ ਆਪਣੇ ਟੀਵੀ ਭੰਨ ਦਿੱਤੇ ਕਿ ਸਾਡਾ ਇੰਡੀਆ ਹਾਰ ਗਿਆ, ਤੇ ਉੱਤੇ ਜਿਹੜੀ ਗੋਦੀ ਮੀਡੀਆ ਨੇ ਕਿਤੇ ਚੈਨਲਾਂ ਦੇ ਉੱਤੇ ਰੌਲਾ ਪਾਇਆ। ਹੁਣ ਜੇ ਇੱਕ ਨਿਊਜ਼ ਚੈਨਲ ਆ, ਮੈਂ ਨਾਂ ਨਹੀਂ ਲਊਂਗੀ,
ਉਹਦੀ ਇੰਟਰਵਿਊ ਚੱਲ ਰਹੀ ਆ। ਸੱਜੇ ਪਾਸੇ ਉਹਨਾਂ ਦੇ ਮੁਹੰਮਦ ਕੈਫ ਆ, ਖੱਬੇ ਪਾਸੇ ਉਹਨਾਂ ਦੇ ਸ਼ੋਇਬ ਅਖਤਰ ਜਿਹੜੇ ਕਿ ਬਹੁਤ ਫਾਸਟ ਬੋਲਰ ਨੇ ਪਾਕਿਸਤਾਨ ਦੇ। ਬਿਲਕੁਲ ਉਹਨਾਂ ਨੂੰ ਪੁੱਛਿਆ ਜਾਂਦਾ ਹੈ, ਸ਼ੋਇਬ ਅਖਤਰ ਹੁਣਾਂ ਨੂੰ, ਉਸ ਐਂਕਰ ਦੇ ਵੱਲੋਂ, ਕਿ ਤੁਸੀਂ ਇਦਾਂ ਹਾਰ ਗਏ ਹੋ, ਕਿੰਨਾ ਮੈਨੀਪੂਲੇਟ ਕਰਕੇ ਉਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਹੈ। ਪਾਕਿਸਤਾਨ ਦੇ ਕ੍ਰਿਕਟਰ ਦਾ ਜਵਾਬ ਦੇਖੋ, ਉਹ ਕਹਿੰਦੇ ਨੇ ਕਿ ਤੁਸੀਂ ਕਿਉਂ 24 ਘੰਟੇ ਲੜਾਈ ਲਾਈ ਰੱਖਦੇ ਆ। ਰਾਜਨੀਤਿਕ ਗੱਲਾਂ ਹੋਰ ਆ, ਇੱਕ ਖੇਡ ਆ, ਇਹ ਖੇਡ ਹੈ। ਹੁਣ ਦੂਸਰੀ ਗੱਲ, ਆਪਾਂ ਸ਼ੁਰੂ ਤੋਂ ਇਹ ਸੋਚਦੇ ਆਏ ਆ ਕਿ ਸਪੋਰਟਮੈਨਸ਼ਿਪ ਜਿਹੜੀ ਆ ਹਨਾ, ਉਹ ਇੱਕ ਚੀਜ਼ ਹੁੰਦੀ ਆ। ਹਮੇਸ਼ਾ ਸਾਨੂੰ ਇਸ ਸੋਚ ਦੇ ਨਾਲ ਖੇਡਣਾ ਚਾਹੀਦਾ ਆ ਕਿ ਇੱਕ ਇਨਸਾਨੀਅਤ ਦੇ ਨਾਲ, ਜਾਂ ਸਪੋਰਟਮੈਨਸ਼ਿਪ, ਜੋ ਕਿੰਨੀਆਂ ਸਾਰੀਆਂ ਗੱਲਾਂ। ਇੱਕ ਮੈਚ ਕੀ ਹਾਰ ਗਏ, ਤੁਹਾਨੂੰ ਇਦਾਂ ਲੱਗਦਾ ਹੈ ਕਿ ਪਤਾ ਨਹੀਂ ਕਿੰਨੀਆਂ ਮਿਜ਼ਾਈਲਾਂ ਸਾਡੀਆਂ ਫੇਲ ਹੋ ਗਈਆਂ। ਸ਼ੋਇਬ ਅਖਤਰ ਜਿਨ੍ਹਾਂ ਨੂੰ ਰਾਵਲਪਿੰਡੀ ਐਕਸਪ੍ਰੈਸ ਕਿਹਾ ਜਾਂਦਾ ਹੈ, ਇਹਨੇ ਫਾਸਟ ਬੋਲਰ ਨੇ, ਉਹਨਾਂ ਦਾ ਦਿਮਾਗ ਵੀ ਬਹੁਤ ਫਾਸਟ ਕੰਮ ਕੀਤਾ। ਜਦੋਂ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਸਾਰਾ ਦਿਨ ਜੰਗ ਹੀ ਲਾਈ ਰੱਖਦੇ ਹੋ, ਤਾਂ ਅਸੀਂ ਕਿੱਥੇ ਕਿੱਥੇ ਦੇਸ਼ ਦਰੋਹ ਦੇ ਮਾਮਲੇ ਦਰਜ ਕਰਾਂਗੇ। ਸਾਨੂੰ ਕਦੀ ਤਾਂ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਟਾਈਮ ਕਿਉਂ ਵੇਸਟ ਕਰਦੇ ਪਏ। ਨਾਲੇ ਜਾਣਦਾ ਹੋਵੇ ਨਾ ਕਿ ਰਾਜਨੀਤਿਕ ਮੁੱਦਾ ਆ ਜਾਂ ਕੋਈ ਅੱਤਵਾਦੀਆਂ ਦੇ ਨਾਲ ਜੁੜਿਆ ਹੋਇਆ ਮੁੱਦਾ ਆ, ਜਿੱਦਾਂ ਬਾਕੀ ਦੇਸ਼ਾਂ ਦੇ ਨਾਲ ਖੇਡਦੇ ਆ ਉਦਾਂ ਹੀ ਪਾਕਿਸਤਾਨ ਦੇ ਨਾਲ ਖੇਡੇ ਆ। ਮੈਨੂੰ ਤਾਂ ਇੱਕ ਗੱਲ ਯਾਦ ਆ ਰਹੀ ਹੈ, ਇੱਕ ਜੋਕ ਸੀਗਾ, ਕਹਿੰਦੇ ਕਿ ਬਈ ਅਸੀਂ ਜਦੋਂ ਸਾਡੀ ਇੰਡੀਆ ਆਜ਼ਾਦ ਹੋਇਆ, ਉਹ ਤਾਂ ਅੰਗਰੇਜ਼ਾਂ ਤੋਂ ਹੋਇਆ, ਕੈਦ ਤਾਂ ਸਾਨੂੰ ਅੰਗਰੇਜ਼ਾਂ ਨੇ ਕੀਤਾ ਹੋਇਆ ਸੀਗਾ। ਇਹ ਨਹੀਂ ਸਮਝ ਆਉਂਦੀ 26 ਜਨਵਰੀ ਤੇ 15 ਅਗਸਤ ਨੂੰ ਟੀਵੀ ਦੇ ਉੱਤੇ ਫਿਲਮਾਂ ਪਾਕਿਸਤਾਨ ਦੇ ਨਾਲ ਲੜਾਈ ਵਾਲੀਆਂ ਕਿਉਂ ਲਾਈ ਰੱਖਦੇ ਆ। ਬਿਲਕੁਲ ਸਮਝਣ ਵਾਲੀ ਗੱਲ ਨਹੀਂ। ਔਰ ਸਮਝਣ ਵਾਲੀ ਗੱਲ ਇਹ ਹੈ ਕਿ ਮਤਲਬ ਨਾ ਸਮਝੀ ਹੈ, ਜਿਹਦੇ ਨਾਲ ਕੋਈ ਮਤਲਬ ਨਹੀਂ ਬਣਦਾ, ਨਾ ਦੇਸ਼ ਦੀ ਆਜ਼ਾਦੀ ਦਾ ਬਣਦਾ। ਕਿਉਂਕਿ ਪਾਕਿਸਤਾਨ ਨੇ ਵੀ ਉਹ ਚੀਜ਼ ਹੰਡਾਈ ਜਦੋਂ ਬਟਵਾਰਾ ਹੋਇਆ ਹੈ। ਔਰ ਸਾਡੀ ਹਿਸਟਰੀ ਕਹਿੰਦੀ ਹੈ ਕਿ ਤਕਰੀਬਨ 10 ਲੱਖ ਦੇ ਕਰੀਬ ਲੋਕ ਮਾਰੇ ਗਏ ਨੇ ਉਸ ਸਾਰੇ ਬਟਵਾਰੇ ਦੇ ਵਿੱਚ, ਜਿਹੜੀ ਮਾਰਕਟ ਹੋਈ ਹੈ। ਤਾਂ ਜਿਹੜਾ ਵਿਭਾਜਨ ਹੋਇਆ ਹੈ, ਜਿਹੜਾ ਵੰਡਿਆ ਗਿਆ ਹੈ ਪੰਜਾਬ ਨੂੰ, ਤੇ ਉਹਦੇ ਵਿੱਚ ਪਾਕਿਸਤਾਨ ਵੀ ਹੈ, ਉਹਦੇ 'ਚ ਹਿੰਦੁਸਤਾਨ ਵੀ ਹੈ। ਲੋਕਾਂ ਨੂੰ ਦੁੱਖ ਹੋਇਆ, ਇੱਧਰ ਦੀ ਪਬਲਿਕ ਉੱਧਰ ਜਾ ਰਹੀ ਹੈ, ਉੱਧਰ ਦੀ ਪਬਲਿਕ ਉੱਧਰ ਜਾ ਰਹੀ ਹੈ, ਇਸਤਰੀਆਂ ਦੀ ਬੇਪੱਤੀ ਹੋਈ ਹੈ, ਠੀਕ ਹੈ, ਕਿੰਨੇ ਲੋਕ ਮਾਰੇ ਗਏ, ਬੱਚੇ ਮਾਰੇ ਗਏ। ਸੋ ਸਭ ਨੇ ਇਹ ਹੰਡਾਇਆ ਹੈ। ਕੁਝ ਰਾਜਨੀਤਿਕ ਲੋਕਾਂ ਨੇ ਆਪਣੀ ਈਗੋ ਸੈਟੀਸਫਾਈ ਕਰਨ ਵਾਸਤੇ ਇਹ ਬਟਵਾਰਾ ਕਰ ਦਿੱਤਾ, ਤੇ ਲਾਈਨ ਖਿੱਚਣ ਵਾਲਿਆਂ ਨੇ ਕਿਤੇ ਵੀ ਇੱਕ ਲਾਈਨ ਖਿੱਚ ਦਿੱਤੀ, ਲਓ ਜੀ ਇੱਧਰ ਨੂੰ ਇੱਧਰ ਪਾੜ ਦਿੱਤਾ, ਇੱਧਰ ਨੂੰ ਇੱਧਰ ਪਾੜ ਦਿੱਤਾ। ਦੇਖੋ ਰਾਜਨੀਤਿਕ ਮੁੱਦੇ ਆਪਾਂ ਉਹਦੀ ਗੱਲ ਨਹੀਂ ਕਰ ਰਹੇ ਹਨਾ, ਜੋ ਵੀ ਅੱਤਵਾਦੀਆਂ ਦੀਆਂ ਗੱਲਾਂ ਜਾਂ ਕੁਝ ਵੀ, ਇੱਥੇ ਸਿੰਪਲ ਆਪਾਂ ਤੁਹਾਨੂੰ ਇੱਕ ਖੇਡ ਦੀ ਗੱਲ ਹੋ ਰਹੀ ਹੈ। ਉਹ ਖੇਡ ਚਾਹੇ ਕਿਸੇ ਵੀ ਦੇਸ਼ ਦੇ ਨਾਲ ਖੇਡੀ ਜਾਂਦੀ ਹੋਵੇ, ਉਸਨੂੰ ਇੱਕ ਖੇਡ ਦੀ ਤਰ੍ਹਾਂ ਲਓ, ਉਸਨੂੰ ਐਡਾ ਵੱਡਾ ਹਊਆ ਨਾ ਬਣਾ ਦਿਓ ਕਿ ਲੋਕੀ ਇੱਕ ਦੂਜੇ ਦਾ ਸਿਰ ਪਾੜਨ ਤੇ ਉਤਾਰੂ ਹੋ ਜਾਣ, ਬੰਬ ਪਟਾਕੇ ਚੱਲਣ, 4-4 ਦਿਨ ਇੱਕੋ ਹੀ ਖਬਰ ਚੱਲਦੀ ਰਹੇ ਜਿੱਦਾਂ ਕੋਈ ਮਹਾਯੁੱਧ ਲੱਗ ਗਿਆ ਹੁੰਦਾ ਹਨਾ। ਸੋ ਇਹ ਚੀਜ਼ਾਂ ਵੀ ਸਮਾਜ ਦੇ ਵਿੱਚ ਅਰਾਜਕਤਾ ਪੈਦਾ ਕਰਨ ਦਾ ਬਹੁਤ ਵੱਡਾ ਕਾਰਨ ਨੇ। ਬਿਲਕੁਲ ਜੀ। ਹੁਣ ਖੇਡ ਦੀ ਗੱਲ ਕੀਤੀ ਹੈ ਤੇ ਆਪਾਂ ਟੋਕੀਓ 올림픽ਸ ਦੇ ਵਿੱਚ ਜੋ ਨੀਰਜ ਚੋਪੜਾ ਨੇ ਜੈਵਲਿਨ ਥਰੂ ਦੇ ਵਿੱਚ ਗੋਲਡ ਮੈਡਲ ਜਿੱਤਿਆ ਸੀ ਤੇ ਬ੍ਰੌਂਜ਼ ਮੈਡਲ ਜਿੱਤਿਆ ਸੀਗਾ ਰਵੀ ਦਹੀਆ ਪਹਿਲਵਾਨ ਨੇ, ਉਹਨਾਂ ਨੂੰ ਹੁਣ ਮੇਜਰ ਧਿਆਨ ਚੰਦ ਅਵਾਰਡ ਔਰ ਖੇਲ ਰਤਨ ਅਵਾਰਡ ਨਾਲ ਨਵਾਜ਼ਿਆ ਜਾ ਰਿਹਾ ਹੈ। ਬਲਕਿ 11 ਖਿਡਾਰੀ ਹੋਰ ਨੇ ਤੇ ਰਾਸ਼ਟਰਪਤੀ ਸਾਹਿਬ ਖੁਦ ਆਪਣੇ ਹੱਥਾਂ ਨਾਲ ਉਹਨਾਂ ਨੂੰ ਇਨਾਮ ਦੇਣਗੇ। ਬੇਸ਼ੱਕ ਇਹ ਅਵਾਰਡ 29 ਨੂੰ ਦਿੱਤੇ ਜਾਂਦੇ ਆ, ਪਰ ਕੁਝ ਕਾਰਨਾਂ ਕਰਕੇ, ਬਿਜ਼ੀ ਸ਼ਡਿਊਲ ਕਰਕੇ ਇਹ ਅਵਾਰਡ ਉਦੋਂ ਨਹੀਂ ਦਿੱਤੇ ਗਏ ਖੇਲ ਰਤਨ, ਪਰ ਹੁਣ ਇਹ ਅਵਾਰਡ ਦਿੱਤੇ ਜਾਣਗੇ। ਔਰ ਸਾਡੇ ਦੇਸ਼ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ, ਖਾਸ ਤੌਰ ਤੇ ਉਹਨਾਂ ਲੋਕਾਂ ਦੇ ਲਈ ਇੱਕ ਇਨਸਪੀਰੇਸ਼ਨ ਹੋਏਗੀ ਜਿਹੜੇ ਅੱਗੇ ਖੇਡਾਂ ਦੀ ਦੁਨੀਆ ਦੇ ਵਿੱਚ ਆਉਣਾ ਚਾਹੁੰਦੇ ਨੇ। ਕਹਿੰਦੇ ਨੇ ਕਿ ਪਹਿਲਾਂ ਜਿਹੜੀ ਕ੍ਰਿਕਟ ਹੁੰਦੀ ਸੀ ਨਾ, ਉਹਦਾ ਵੀ ਇੰਨਾ ਰੌਲਾ ਰੱਪਾ ਨਹੀਂ ਸੀ ਹੁੰਦਾ, ਪਰ ਜਦੋਂ ਕਪਿਲ ਦੇਵ ਹੋਣਾ ਨੇ ਵਰਲਡ ਕੱਪ ਜਿੱਤਿਆ, ਉਸ ਤੋਂ ਬਾਅਦ ਇੰਡੀਆ 'ਚ ਕ੍ਰਿਕਟ ਹੋ ਗਈ। ਹੁਣ ਤੁਸੀਂ ਦੇਖ ਲਓ ਕਿ 올림픽 ਦੇ ਵਿੱਚ ਜਦੋਂ ਅੱਗੇ ਇੰਡੀਆ ਗਿਆ ਸੀ, ਇੰਡੀਆ ਨੇ ਮੈਡਲ ਜਿੱਤਿਆ ਸੀ, ਉਸ ਤੋਂ ਬਾਅਦ ਸੰਸਾਰਪੁਰ ਨੂੰ ਹਾਕੀ ਦਾ ਗੜ ਕਿਹਾ ਜਾਣ ਲੱਗਾ, ਔਰ ਉਸ ਤੋਂ ਬਾਅਦ ਉਧਰਲੇ ਪਿੰਡਾਂ 'ਚ ਹਾਕੀ ਹੋ ਗਈ। ਫਿਰ ਕਾਫੀ ਟਾਈਮ ਤੋਂ ਬਾਅਦ 올림픽ਸ ਦੇ ਵਿੱਚ ਹਾਕੀ ਦਾ ਕੋਈ ਮੈਡਲ ਨਹੀਂ ਆਇਆ ਤੇ ਹਾਕੀ ਠੰਡੀ ਪੈ ਗਈ। ਹੁਣ ਦੁਬਾਰਾ ਜਦੋਂ ਇੰਡੀਆ ਨੂੰ ਬ੍ਰੌਂਜ਼ ਮੈਡਲ ਮਿਲਿਆ ਆ, ਇੱਕ ਵਾਰੀ ਫਿਰ ਤੋਂ ਲੋਕਾਂ ਦੇ ਵਿੱਚ ਜਜ਼ਬਾ ਪੈਦਾ ਹੋ ਗਿਆ। ਸੋ ਜਿੱਤਣਾ ਬਹੁਤ ਜ਼ਰੂਰੀ ਹੈ, ਤਾਂ ਹੀ ਦੂਸਰੇ ਲੋਕਾਂ ਦੇ ਵਿੱਚ ਦੁਬਾਰਾ ਉਤਸ਼ਾਹ ਪੈਦਾ ਹੁੰਦਾ ਹੈ ਕਿਸੇ ਵੀ ਖੇਡ ਨੂੰ ਲੈ ਕੇ। ਪਰ ਨਾਲ ਦੇ ਨਾਲ ਜਿੱਤੇ ਹੋਏ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨਾ ਹੋਰ ਵੀ ਵੱਡੀ ਗੱਲ ਹੈ, ਕਿਉਂਕਿ ਖਿਡਾਰੀਆਂ ਨੂੰ ਇਹ ਮਾਣ ਹਾਸਲ ਹੁੰਦਾ ਕਿ ਅਸੀਂ ਕਿੱਥੇ ਪਹੁੰਚ ਗਏ ਹਾਂ। ਪਰ ਦੁੱਖ ਉਦੋਂ ਲੱਗਦਾ ਜਦੋਂ ਕਈ ਖਿਡਾਰੀ ਇਦਾਂ ਦੇ ਵੀ ਸਾਹਮਣੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਮੈਂ ਨੈਸ਼ਨਲ ਖੇਡਿਆ, ਮੈਂ ਇੰਟਰਨੈਸ਼ਨਲ ਖੇਡਿਆ, ਅੱਜ ਵੀ ਉਹਨਾਂ ਦੇ ਸਿਰ ਦੇ ਉੱਤੇ ਛੱਤ ਨਹੀਂ ਹੈ, ਕਿਉਂਕਿ ਹੱਲੇ ਵੀ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਇਦਾਂ ਦੇ ਕਈ ਖਿਡਾਰੀ ਆ ਜਿਨ੍ਹਾਂ ਨੂੰ ਉਹਨਾਂ ਦਾ ਬਣਦਾ ਮਾਣ ਸਨਮਾਨ ਨਹੀਂ ਮਿਲਿਆ। ਸਭ ਤੋਂ ਜ਼ਿਆਦਾ ਹਾਕੀ ਦੇ ਵਿੱਚ ਹੀ ਅਸੀਂ 골ਡ ਮੈਡਲ ਜਿੱਤੇ ਨੇ 올림픽ਸ ਦੇ ਵਿੱਚ, ਤਕਰੀਬਨ 10 ਨੇ। ਤੇ ਸਭ ਤੋਂ ਪਹਿਲਾਂ ਜਦੋਂ ਇੰਡੀਆ ਆਜ਼ਾਦ ਹੋਇਆ ਹੈ, ਭਾਰਤ ਨੇ ਹੀ
ਬ੍ਰਿਟਿਸ਼ ਦੀ ਹਾਕੀ ਟੀਮ ਨੂੰ ਹਰਾਇਆ ਸੀ ਤੇ 골ਡ ਮੈਡਲ ਜਿੱਤਿਆ ਸੀ। ਉਹ ਸਭ ਤੋਂ ਵਧੀਆ ਖੁਸ਼ੀ ਦਾ ਪਲ ਸੀ, ਕਿਉਂਕਿ ਉਦੋਂ ਮੇਜਰ ਧਿਆਨ ਚੰਦ ਵੀ ਐਕਟਿਵ ਨਹੀਂ ਸੀਗੇ ਹਾਕੀ ਦੇ ਵਿੱਚ, ਔਰ ਬਹੁਤ ਸਾਰੇ ਜਿਹੜੇ ਪਲੇਅਰ ਸੀ ਜਿਹੜੇ ਖੇਡਦੇ ਹੁੰਦੇ ਸੀ ਹਾਕੀ ਦੇ ਵਿੱਚ, ਉਹ ਪਾਕਿਸਤਾਨ ਜਾ ਚੁੱਕੇ ਸੀ ਪ੍ਰੋਫੈਸ਼ਨਲ ਪਲੇਅਰ। ਤੇ ਇੱਕ ਨਵੀਂ ਟੀਮ ਤਿਆਰ ਕੀਤੀ ਗਈ ਔਰ ਮੇਜਰ ਧਿਆਨ ਚੰਦ ਤੋਂ ਬਿਨਾਂ ਤਿਆਰ ਕੀਤੀ ਗਈ, ਔਰ ਉਸਨੇ ਬ੍ਰਿਟਿਸ਼ ਦੀ ਟੀਮ ਨੂੰ ਹਰਾਇਆ ਤੇ 골ਡ ਮੈਡਲ ਜਿੱਤਿਆ। ਸਭ ਤੋਂ ਵਧੀਆ ਖੁਸ਼ੀ ਦਾ ਪਲ ਸੀ ਤੇ ਸਭ ਤੋਂ ਜ਼ਿਆਦਾ 골ਡ ਮੈਡਲ ਅਸੀਂ ਹਾਕੀ 'ਚ ਹੀ ਜਿੱਤੇ ਹੋਏ ਨੇ। ਤਾਂ ਹਾਕੀ ਸਾਡੀ ਨੈਸ਼ਨਲ ਗੇਮ ਹੈ ਔਰ ਉਸ ਨੂੰ ਹਮੇਸ਼ਾ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ। ਬਹੁਤ ਜ਼ਬਰਦਸਤ ਗੇਮ ਹੈ ਔਰ ਬਾਕੀ ਦੀਆਂ ਗੇਮਸ ਵੀ ਉਨੀਆਂ ਇੰਪੋਰਟੈਂਟ ਨੇ। ਆਫ ਕੋਰਸ ਜਿਹੜਾ ਕ੍ਰਿਕਟ ਹੈ ਉਹ ਇੱਕ ਰਿਲੀਜਨ ਬਣ ਚੁੱਕਾ ਹੈ ਸਾਡੇ ਦੇਸ਼ ਦੇ ਵਿੱਚ, ਕਿਉਂਕਿ ਹਰ ਪਾਸੇ ਕ੍ਰਿਕਟ ਤੁਸੀਂ ਗਲੀ ਦੇ ਵਿੱਚ ਪੈਸਾ ਫੇਕ ਤਮਾਸ਼ਾ ਦੇਖੋ ਪੰਜਾਬ ਦੀ ਹਾਕੀ ਟੀਮ ਨੂੰ ਕੋਈ ਸਪਾਂਸਰ ਕਰਨ ਵਾਲਾ ਹੀ ਨਹੀਂ ਸੀ। ਲੋਕਾਂ ਦਾ ਧਿਆਨ ਕਿਵੇਂ ਜਾਂਦਾ ਖੇਡਾਂ ਦੇ ਵਿੱਚ। ਬਿਲਕੁਲ ਸਹੀ ਗੱਲ ਹੈ। ਸੋ ਇਹ ਚੀਜ਼ ਤਾਂ ਹੈ ਕਿ ਜਦੋਂ ਤੁਸੀਂ ਕੁਝ ਵੀ ਮਤਲਬ ਕਿ ਚਾਹੁੰਦੇ ਹੋ ਕਿ ਹਾਸਲ ਕਰੇ ਦੇਸ਼, ਉਸ ਦੇ ਉੱਤੇ ਪੈਸਾ ਲਾਉਣਾ ਤਾਂ ਪਏਗਾ, ਖਾਸ ਤੌਰ ਤੇ ਖੇਡਾਂ ਦੇ ਉੱਤੇ। ਬਿਲਕੁਲ ਜੀ, ਕ੍ਰਿਕਟ ਦੇ ਵਿੱਚ ਜੋ ਬੁਕੀਜ਼ ਬੈਠੇ ਹੋਏ ਨੇ, ਜੋ ਪੈਸਾ ਕਮਾਇਆ ਜਾਂਦਾ ਹੈ, ਜਿਸ ਤਰ੍ਹਾਂ ਜੂਆ ਚੱਲਦਾ ਹੈ, ਮਤਲਬ ਕਿਹੜੀ ਟੀਮ ਜਿੱਤੇਗੀ, ਕਿਹੜਾ ਪਲੇਅਰ ਕਿੰਨੇ ਸਕੋਰ ਬਣਾਏਗਾ, ਇਸ ਸਭ ਕਰਕੇ ਤੁਸੀਂ ਦੇਖੋ ਨਾ ਇਸ ਦਾ ਹਾਲ ਕੀ ਕੀਤਾ ਹੈ। ਸਪੋਰਟਸ ਕਲਚਰ ਕਿੱਥੇ ਚਲਾ। ਆਫ ਕੋਰਸ ਲੋਕੀ ਬਹੁਤ ਪਿਆਰ ਕਰਦੇ ਨੇ ਕ੍ਰਿਕਟ ਨੂੰ, ਗਲੀਆਂ ਦੇ ਵਿੱਚ, ਨੁੱਕੜ ਦੇ ਵਿੱਚ ਤੁਸੀਂ ਦੇਖੋਗੇ ਬੱਚਿਆਂ ਨੂੰ ਖੇਡਦੇ ਹੋਏ ਕ੍ਰਿਕਟ, ਪਰ ਫਿਰ ਵੀ ਜੋ ਇਹਦੇ ਵਿੱਚ ਇਹ ਪੋਲਿਟਿਕਸ ਹੈ, ਜੋ ਇਹਦੇ ਵਿੱਚ ਇਹ ਪੈਸਾ ਕਮਾਉਣ ਦੀ ਹੋੜ ਲੱਗੀ ਹੋਈ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਵੱਡੇ ਪੋਲੀਟੀਸ਼ੀਅਨਸ, ਵੱਡੇ ਬਿਜ਼ਨਸਮੈਨ ਇਹਦੇ ਵਿੱਚ ਫਸੇ ਨੇ ਬੁਕੀਜ਼ ਦੇ ਨਾਲ। ਤਾਂ ਇਹ ਇੱਕ ਗਲਤ ਕਲਚਰ ਹੈ। ਹਾਕੀ ਬਚੀ ਹੋਈ ਹੈ, ਬਾਕੀ ਸਾਰੇ ਗੇਮਸ ਬਚੀਆਂ ਹੋਈਆਂ ਨੇ। ਜੀ ਬਿਲਕੁਲ। ਔਰ ਅਗਲੀ ਗੱਲ ਹੁਣ ਕਰਦੇ ਆ ਪੰਜਾਬੀਆਂ ਦੀ। ਪੰਜਾਬੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਮਾਣ ਹਾਸਲ ਕੀਤਾ, ਜੋ ਬਹੁਤ ਵਧੀਆ ਗੱਲ ਹੈ। ਪਰ ਇਸੇ ਦਰਮਿਆਨ ਕੋਈ ਨਾ ਕੋਈ ਇਦਾਂ ਦੀ ਖਬਰ ਆ ਜਾਂਦੀ ਹੈ ਜੋ ਇਹ ਸੋਚਣ ਤੇ ਮਜਬੂਰ ਕਰ ਦਿੰਦੀ ਹੈ ਵੀ ਪੰਜਾਬੀ ਹੋ ਕੇ ਇਦਾਂ ਨਾ ਕਰੋ। ਬਾਕੀ ਵੀ ਵਿਦੇਸ਼ਾਂ ਦੇ ਵਿੱਚ ਪੰਜਾਬੀ ਰਹਿੰਦੇ ਨੇ ਜਿਨ੍ਹਾਂ ਦੇ ਅਕਸ ਦਾ ਸਵਾਲ ਹੈ। ਕੈਨੇਡਾ ਦੇ ਵਿੱਚ 3 ਪੰਜਾਬੀ ਫੜੇ ਗਏ ਨੇ ਟਰੱਕ ਚੋਰੀ ਦੇ ਮਾਮਲੇ 'ਚ। ਕੀ ਕਹੋ? ਬਹੁਤ ਮਾੜੀ ਗੱਲ ਹੈ, ਕਿਉਂਕਿ ਅਸੀਂ ਮਿਹਨਤਕਸ਼ ਲੋਕ ਹਾਂ, ਕਿਤੇ ਅਸੀਂ ਉੱਥੇ ਸਰਕਾਰਾਂ ਵਿੱਚ ਬਣੇ ਹੋਏ ਹਾਂ, ਦੇਸ਼ ਚਲਾ ਰਹੇ ਹਾਂ, ਠੀਕ ਹੈ ਨਾ, ਔਰ ਕਿਤੇ ਇਹ ਚੋਰੀ ਦੇ ਮਾਮਲੇ। ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਕੀਤਾ ਕੀ ਹੈ ਔਰ ਕਿਉਂ ਕੀਤਾ ਹੈ, ਕਿਉਂਕਿ ਉੱਥੇ ਤੇ ਗਵਰਨਮੈਂਟਸ ਬੜੀਆਂ ਸਪੋਰਟ ਵੀ ਕਰਦੀਆਂ ਨੇ, ਤੁਹਾਨੂੰ ਹਮੇਸ਼ਾ ਪੈਸਾ ਵੀ ਮਿਲਦਾ ਜੇ ਤੁਹਾਡੇ ਕੋਲ ਪੈਸਾ ਨਹੀਂ ਹੈ। ਤੇ ਬਾਕੀ ਯਾਰ ਦੋਸਤ ਵੀ ਹੈਗੇ ਨੇ, ਔਰ ਸਾਡਾ ਸਭ ਤੋਂ ਵਧੀਆ ਗੁਰਦੁਆਰਾ ਸਾਹਿਬ, ਜਿੱਥੇ ਜਾ ਕੇ ਤੁਹਾਨੂੰ ਹਰ ਤਰ੍ਹਾਂ ਦੀ ਸਪੋਰਟ ਮਿਲਦੀ ਹੈ। ਤੁਸੀਂ ਉੱਥੇ ਜਾ ਕੇ ਕੋਈ ਵੀ ਮਦਦ ਮੰਗੋ ਤਾਂ ਸਾਰੇ ਨਾਲ ਖੜੇ ਹੋ ਜਾਣਗੇ। ਸਾਰਾ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਇਹ ਕੰਮ ਕਿਉਂ ਕੀਤਾ? ਬਿਲਕੁਲ ਠੀਕ ਹੈ ਨਾ, ਇਹ ਸ਼ਰਮ ਦੀ ਗੱਲ ਹੈ। ਤੁਹਾਡੇ ਕੋਲ ਪੂਰਾ ਭਾਈਚਾਰਾ, ਕੈਨੇਡਾ ਦਾ ਅਸੀਂ ਕਹਿੰਦੇ ਹਾਂ ਕਿ ਸੈਕੰਡ ਪੰਜਾਬ ਹੈ ਸਾਡਾ, ਮਿਨੀ ਪੰਜਾਬ ਹੈ ਸਾਡਾ। ਬਿਲਕੁਲ। ਟ੍ਰੇਲਰ ਟਰੈਕਟਰ ਉਹਨਾਂ ਕੋਲੋਂ ਮਤਲਬ ਕਿ ਫੜੇ ਗਏ ਆ ਜਿਨ੍ਹਾਂ ਦਾ ਉਹ ਸਾਰਾ ਕੰਮ ਕਰਦੇ ਹੁੰਦੇ ਸੀਗੇ। ਸੋ ਆਏ ਦਿਨ ਜਦੋਂ ਇਦਾਂ ਦੀਆਂ ਖਬਰਾਂ ਆਉਂਦੀਆਂ ਕਿ ਪੰਜਾਬੀਆਂ ਨੇ ਪੰਜਾਬੀਆਂ ਦੇ ਨਾਲ ਉੱਥੇ ਆਹ ਕੀਤਾ ਜਾਂ ਆਹ ਕੀਤਾ, ਇੱਕ ਪਾਸੇ ਤਾਂ ਕੈਨੇਡਾ ਦੀ ਜਿਹੜੀ ਨਵੀਂ ਸੰਸਦ ਤਿਆਰ ਹੋਈ ਹੈ ਉਸ ਦੇ ਵਿੱਚ ਪੰਜਾਬੀਆਂ ਨੂੰ ਇੰਨਾ ਮਾਣ ਮਿਲਿਆ, ਦੂਸਰੇ ਪਾਸੇ ਜਦੋਂ ਇਦਾਂ ਦੀਆਂ ਖਬਰਾਂ ਆਉਂਦੀਆਂ ਨੇ ਫਿਰ ਦਿਲ ਦੁਖਦਾ ਹੈ, ਕਿਉਂਕਿ ਉਹਨਾਂ ਲੋਕਾਂ ਦੀ ਮਿਹਨਤ ਤੇ ਕਿਤੇ ਨਾ ਕਿਤੇ ਫਿਰ ਥੋੜਾ ਜਿਹਾ ਅਸਰ ਤਾਂ ਪਏਗਾ ਜਦੋਂ ਇਦਾਂ ਦੀਆਂ ਖਬਰਾਂ ਆਉਣਗੀਆਂ। ਕਿਉਂਕਿ ਕਹਿੰਦੇ ਨਾ ਨਿਗਾਹ ਹੁੰਦੀ ਆ ਬੰਦੇ ਦੀ, ਜਦੋਂ ਇੱਕ ਵਾਰੀ ਪੈ ਜਾਵੇ, ਜਿੱਦਾਂ ਹੁਣ ਮੰਨ ਲਓ ਕਹਿ ਲਓ ਕਿ ਸਾਡੇ ਗਵਾਂਢੀ ਨਹੀਂ ਚੰਗੇ, ਹੈਨਾ, ਬਿਲਕੁਲ, ਉਹਨਾਂ ਦੇ 4 ਬੰਦੇ ਚੰਗੇ, ਇੱਕ ਨੇ ਸਾਰੇ ਪਿੰਡ 'ਚ ਲੜਾਈ ਪਾਈ ਹੈ, ਇੱਕ ਕਰਕੇ ਸਾਰਾ ਟੱਬਰ ਦੁਖੀਆਂ ਦੇ ਵਿੱਚ ਗਿਣਿਆ ਜਾਣ ਲੱਗਦਾ। ਸੋ ਬਹੁਤ ਕੁਝ ਮਿਹਨਤ ਦੇ ਨਾਲ ਹਾਸਲ ਕੀਤਾ ਪੰਜਾਬੀਆਂ ਨੇ। ਸੋ ਅਸੀਂ ਕੋਸ਼ਿਸ਼ ਕਰਨੀ ਹੈ ਕਿ ਬਿਲਕੁਲ ਵੀ ਅਜਿਹੇ ਕਦਮ ਨਾ ਚੱਕੀਏ ਕਿ ਬਾਕੀਆਂ ਦੀ ਮਿਹਨਤ ਤੇ ਵੀ ਸਵਾਲ ਚੱਕੇ ਜਾਣ। ਬਿਲਕੁਲ ਜੀ, ਕੋਈ ਬੰਦਾ ਮੂੰਹ ਤੇ ਗੱਲ ਕਹਿ ਦੇਵੇ ਯਾਰ ਤੁਹਾਡੇ ਪੰਜਾਬੀ ਤਾਂ ਇਦਾਂ ਕਰਦੇ ਆ, ਫਿਰ ਕੀ ਜਵਾਬ ਹੈ? ਵੱਡੇ ਬਿਜ਼ਨਸਮੈਨ ਬੈਠੇ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ, ਉਹਨਾਂ ਨੂੰ ਕੋਈ ਗੱਲ ਕਹਿ ਦੇਵੇ ਤੁਹਾਡੇ ਪੰਜਾਬੀ ਤਾਂ ਆ ਵੀ ਕਰਦੇ ਨੇ। ਔਰ ਜਿੱਥੋਂ ਤੱਕ ਗੁਆਂਢ ਮੱਥੇ ਦੀ ਗੱਲ ਹੈ, ਕਹਿੰਦੇ ਨੇ ਕਿ ਸਾਰੀ ਇਨਸਾਨੀਅਤ ਨੂੰ ਪਿਆਰ ਕਰਨਾ ਆਸਾਨ ਹੁੰਦਾ, ਗੁਆਂਢੀਆਂ ਨਾਲ ਪਿਆਰ ਕਰਨਾ ਮੁਸ਼ਕਲ ਹੋ ਜਾਂਦਾ। ਸੋ ਇਹ ਵੀ ਗੱਲਾਂ ਹੁੰਦੀਆਂ ਨੇ, ਪਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਬੜੀ ਮਾੜੀ। ਤੁਸੀਂ ਵੈਸੇ ਇੱਕ ਬੜੀ ਗੱਲ ਕਹੀ, ਮੈਨੂੰ ਯਾਦ ਆਇਆ, ਬਜ਼ੁਰਗ ਕਹਿੰਦੇ ਹੁੰਦੇ ਬੰਦੇ ਦਾ ਗੁਆਂਢ ਨਹੀਂ ਮਾੜਾ ਹੋਣਾ ਚਾਹੀਦਾ। ਗੁਆਂਢ ਚੰਗਾ ਹੋਵੇ ਸਾਰਾ ਕੁਝ ਸੌਖਾ ਹੋ ਜਾਂਦਾ, ਹਨਾ। ਬਿਲਕੁਲ ਜੀ। ਸਾਰੀ ਉਮਰ ਪੰਜਾਬੀਆਂ ਦੀ ਤਾਂ ਲੜਾਈ ਗੁਆਂਢੀਆਂ ਨਾਲ ਹੀ ਨਹੀਂ ਮੁੱਕੀ। ਸਾਡੇ ਘਰ ਦੇ ਮੂਹਰੇ ਮੋਟਰਸਾਈਕਲ ਲਾ ਦਿੰਦੇ ਆ, ਸਾਡੀ ਗੱਡੀ ਲੰਘਣ ਨੂੰ ਜਗ੍ਹਾ ਨਹੀਂ ਦਿੰਦੇ, ਕੂੜਾ ਸੁੱਟ ਦਿੰਦੇ ਆ, ਕੂੜਾ ਸਾਡੇ ਮੂਹਰੇ ਸੁੱਟ ਦਿੰਦੇ। ਹਲੇ ਕੱਲ ਪਰਸੋਂ ਇੱਕ ਪੇਜ ਦੇ ਉੱਤੇ ਪਾਇਆ ਹੋਇਆ ਸੀਗਾ ਕਿਸੇ ਬੰਦੇ ਨੇ ਕਿ ਮੈਂ ਆਪਣੇ ਗੁਆਂਢੀ ਤੋਂ ਬਹੁਤ ਦੁਖੀ ਹਾਂ, ਸ਼ਾਇਦ ਜਲੰਧਰ ਦੀ ਹੀ ਖਬਰ ਸੀਗੀ, ਕਿ ਆਪਣੇ ਘਰ ਦੇ ਗਟਰ ਦਾ ਕੂੜਾ ਸਾਰਾ ਕੱਢ ਕੇ ਮੇਰੀ ਗੰਦ ਨਾਲ ਲਾ ਦਿੰਦਾ। ਸੋ ਪੰਜਾਬੀਆਂ ਦੀ ਹੱਡੀਆਂ ਦੀਆਂ ਲੜਾਈਆਂ ਮੈਨੂੰ ਨਹੀਂ ਲੱਗਦਾ ਕਦੀ ਮੁੱਕਣਗੀਆਂ। ਪਰ ਇੱਕ ਗੱਲ ਹੈ ਕਿ ਜੇ ਕਿਸੇ ਨੂੰ ਕੋਈ ਦੁੱਖ ਹੋਵੇ ਨਾ, ਉਹ ਗੁਆਂਢੀ ਸਭ ਤੋਂ ਪਹਿਲਾਂ ਆਊਗਾ। ਉਹ ਤਾਂ ਹੈ, ਸਾਰੀਆਂ ਗੱਲਾਂ ਭੁੱਲ ਜਾਊਗਾ। ਕੂੜਾ ਤੁਹਾਡੇ ਘਰ ਮੋਰੇ ਲਾਓਗੇ, ਗੱਡੀਆਂ ਤੁਹਾਡੇ ਘਰ ਮੋਰੇ ਲਾਓਗੇ, ਗੰਦੇ ਪਾਣੀ ਵਾਲਾ ਜਿਹੜਾ ਉਹ ਨਾਲਾ ਹੁੰਦਾ ਉਹ ਤੁਹਾਡੇ ਘਰ ਵੱਲ ਨੂੰ ਛੱਡੂਗੇ, ਪਰ ਦੁੱਖ ਤੋਂ ਪਹਿਲਾਂ ਖੜੇ ਹੋਣਗੇ। ਭਾਈ ਆਹ ਮਸਲਾ ਜਿਹੜਾ ਹੈ ਨਾ ਨਾਲੀ ਵਾਲਾ, ਇਹ ਬਾਅਦ ਚ ਨਜਿੱਠਾਂਗੇ, ਪਹਿਲਾਂ ਦੱਸੋ ਤੁਹਾਨੂੰ ਦੁੱਖ ਕੀ ਹੈਗਾ, ਕੀ ਚਾਹੀਦਾ ਤੁਹਾਨੂੰ। ਪੈਸੇ ਵਜੋਂ ਵੀ ਨਾਲ ਖੜੇ ਨੇ। ਮਤਲਬ ਇਹ ਗੁਆਂਢੀਆਂ ਦਾ ਦਿਲ ਹੈ, ਇਹ ਪੰਜਾਬੀਆਂ ਦਾ ਦਿਲ ਹੈ। ਤੇ ਨਾਲ ਦੀ ਨਾਲ ਇੱਕ ਹੋਰ ਚੀਜ਼ ਹੈ, ਤੁਹਾਡਾ ਬਜਟ ਜੋ ਨਾ ਹਿੱਲਣ ਲੱਗਾ।
ਕਿਉਂ? ਦੀਵਾਲੀ ਆਉਣ ਲੱਗੀ ਹੈ ਨਾ, ਓ ਅੱਛਾ। ਤੇ ਗੈਸ ਦੀ ਕੀਮਤ ਵਧੇਗੀ ਕਿਉਂਕਿ ਪੈਟਰੋਲ ਤਾਂ ਪਹਿਲਾਂ 110 ਤੇ ਆ ਗਿਆ। ਤੌਬਾ ਹੀ ਤੌਬਾ। ਹੁਣ ਦੱਸੋ ਕੀ ਕਰਨਾ? ਮਠਿਆਈਆਂ ਤੁਸੀਂ ਕਹਿੰਦੇ ਮੈਂ ਬਹੁਤ ਸਾਰੀਆਂ ਬਣਾਉਣੀਆਂ ਨੇ ਔਰ ਸਾਨੂੰ ਸਾਰਿਆਂ ਨੂੰ ਇਨਵਾਈਟ ਕਰਨਾ ਹੈ, ਤੇ ਜੇ ਗੈਸ ਸਿਲੰਡਰ ਮਹਿੰਗਾ ਹੋ ਗਿਆ ਤੇ ਫਿਰ ਡਿਸ਼ ਕਿਵੇਂ ਬਣਾਓਗੇ? ਫਿਰ ਸਾਰਾ ਕੁਝ ਕੈਨਸਲ। ਸਾਰਾ ਕੁਝ ਕੈਨਸਲ। ਤੁਸੀਂ ਕਹੋ ਪੈਨਸਲ, ਪੈਨਸਲ, ਸਾਰਾ ਕੁਝ ਕੈਨਸਲ। ਨਹੀਂ, ਆਪਾਂ ਪੈਨਸਲ ਵੀ ਨਹੀਂ ਕਹਿਣਾ, ਆਪਾਂ ਇਹ ਕਹਿਣਾ ਕਿ ਇਹ ਰੇਟਸ ਨਾ ਵਧਣ। ਹਾਂ, ਕਿਉਂਕਿ ਅਕਤੂਬਰ ਤੋਂ ਸ਼ੁਰੂ ਹੋ ਜਾਂਦਾ ਹੈ ਸਾਡਾ ਤਿਉਹਾਰਾਂ ਦਾ ਸਾਰਾ ਸਿਲਸਿਲਾ, ਜੋ ਦਸੰਬਰ ਤੱਕ ਚੱਲਦਾ ਹੈ, ਤੇ ਅਸੀਂ ਬਹੁਤ ਕੁਝ ਬਣਾਉਣਾ ਹੁੰਦਾ ਹੈ। ਪੰਜਾਬੀ ਤਾਂ ਬਹੁਤ ਹੀ ਸ਼ੌਕੀਨ ਤੇ ਨੇ। ਡਰ ਦੇਖੋ ਲੋਕਾਂ ਦੇ ਵਿੱਚ ਕਿੰਨਾ ਆ ਕਿ ਜਿੱਦਾਂ ਹੁਣ ਥੋੜੇ ਦਿਨਾਂ ਤੱਕ 5 ਤਰੀਕ ਤੋਂ ਬਾਅਦ ਪੈਟਰੋਲ ਪੰਪ ਆ ਜਿਹੜੇ ਬੰਦ ਹੋਣ ਲੱਗ ਜਾਣੇ, ਰਾਤ ਨੂੰ ਸ਼ਾਮੀ 4-5 ਵਜੇ ਤੋਂ ਬਾਅਦ ਪੈਟਰੋਲ ਪੰਪ ਬੰਦ ਹੋ ਜਾ ਕਰਨੇ, ਫਿਰ ਅਗਲੇ ਦਿਨ ਚੱਲਿਆ ਕਰਨੇ। ਸੋ ਲੋਕਾਂ ਨੇ ਇਹ ਗੱਲ ਦੇਖੋ ਕਿੰਨੀ ਜ਼ਿਆਦਾ ਪਹਿਲਾਂ ਹੀ ਮੰਨ ਲਈ ਹੋਈ ਹੈ। ਲੋਕਾਂ ਨੂੰ ਆਪਣੀਆਂ ਸਰਕਾਰਾਂ ਤੇ ਯਕੀਨ ਕਿੰਨਾ ਆ ਇੰਡੀਆ ਦੀਆਂ ਤੇ, ਕਿ ਪਿਆਜ਼ ਮਹਿੰਗੇ ਹੋ ਜਾਣੇ, ਦੀਵਾਲੀ ਆਉਣ ਲੱਗੀ, ਪਹਿਲਾਂ ਲੈ ਆਓ ਪਿਆਜ਼ ਲੈ, ਦਾਲਾਂ ਮਹਿੰਗੀਆਂ ਹੋ ਜਾਣੀਆਂ, ਪਹਿਲਾਂ ਲੈ ਆਓ। ਉਹਨਾਂ ਨੂੰ ਯਕੀਨ ਹੀ ਨਾ ਆਪਣੀਆਂ ਸਰਕਾਰਾਂ ਦੇ ਉੱਤੇ, ਇਹ ਹੁਣੇ ਹੀ ਹੁਣ। ਪਰ ਕਿੰਨੀਆਂ ਕੁ ਲੈ ਆਓਗੇ? ਘਰ ਕਿੰਨੀਆਂ ਕੁ ਰੱਖ ਲੋਗੇ? ਸਹੀ ਗੱਲ ਆ, ਫਿਰ ਕੀੜਾ ਲੱਗ ਜਾਣਾ। ਕੀੜਾ ਲੱਗ ਜਾਊਗਾ, ਪਿਆਜ਼ ਖਰਾਬ ਹੋ ਜਾਣਗੇ, ਕਿੰਨੇ ਕੁ ਰੱਖ ਲੋਗੇ? ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜਿੱਦਾਂ ਹੁਣ ਸਾਡਾ ਪੰਜਾਬੀਆਂ ਨੂੰ ਖਾਣ ਪੀਣ ਦਾ ਸ਼ੌਕ ਹੈ, ਜੇ ਸਾਗ ਰਿੰਨ੍ਹਣਾ ਤੱਕ ਜਿਨ੍ਹਾਂ ਨੇ ਚੁੱਲ੍ਹੇ ਤੇ ਰਿੰਨ੍ਹਣਾ ਉਹ ਤਾਂ ਚਲੋ ਵੱਖਰੀ ਗੱਲ ਹੈ, ਜਿਨ੍ਹਾਂ ਨੇ ਗੈਸ ਤੇ ਬਾਲਣ ਕਿਹੜਾ ਘੱਟ ਮਹਿੰਗਾ ਉਹ ਵੀ। ਤੇ ਉਸ ਤੋਂ ਬਾਅਦ ਅਸੀਂ ਗਜਰੇਲਾ ਬਣਾਉਣਾ ਹੁੰਦਾ ਹੈ, ਅਸੀਂ ਖੋਇਆ ਕੱਢਣਾ ਹੁੰਦਾ, ਪਤਾ ਨਹੀਂ ਕੀ ਕੁਝ ਬਣਾਉਣੇ ਆ। ਸਰਦੀਆਂ ਤਾਂ ਖਾਸ ਕਰਕੇ ਪਿੰਨੀਆਂ ਬਣਾਉਂਦੀਆਂ ਨੇ ਸਾਡੀਆਂ ਮਾਤਾਵਾਂ। ਤਾਂ ਇਹ ਸਭ ਜੇ ਗੈਸ ਸਿਲੰਡਰ ਮਹਿੰਗੇ ਹੋ ਗਏ ਤਾਂ ਭਾਈ ਸਾਨੂੰ ਤਾਂ ਪਿੰਨੀਆਂ ਖਾਣ ਨੂੰ ਨਹੀਂ ਮਿਲਣੀਆਂ, ਅਸੀਂ ਕਰਾਂਗੇ ਕੀ? ਕਿਸੇ ਬਾਹਰਲੀ ਸਟੇਟ ਦੀ ਲੜਕੀ ਆ, ਉਹਦਾ ਪੰਜਾਬੀ ਨਾਲ ਵਿਆਹ ਹੋਇਆ, ਉਹਨੇ ਆਪਣੀ ਛੋਟੀ ਜਿਹੀ ਵੀਡੀਓ ਕਲਿੱਪ ਬਣਾ ਕੇ ਨਾ ਪਾਈ ਹੋਈ ਸੀ ਆਪਣੇ ਸੋਸ਼ਲ ਸਾਈਟ ਦੇ ਉੱਤੇ। ਕਹਿੰਦੀ ਜੇ ਕਿਸੇ ਦਾ ਪੰਜਾਬੀ ਘਰ ਵਾਲਾ ਆ ਨਾ ਤੇ ਬਸ ਤੁਹਾਨੂੰ ਇਹੀ ਸੁਣਨਾ ਪੈਣਾ, ਚਾਹ ਕਦੋਂ ਧਰਨੀ ਆ, ਸਵੇਰ ਨੂੰ ਕੀ ਬਣਨਾ, ਚਾਹ ਕਦੋਂ ਧਰਨੀ ਆ, ਦੁਪਹਿਰ ਨੂੰ ਕੀ ਬਣਨਾ, ਚਾਹ ਕਦੋਂ ਧਰਨੀ ਆ, ਅੱਜ ਕੁਝ ਖਾਣ ਨੂੰ ਬਣਾਈਏ। ਸੋ ਜੇ ਤੁਸੀਂ ਪੰਜਾਬੀ ਹੋ, ਤੁਹਾਡੀ ਅੱਧੀ ਜ਼ਿੰਦਗੀ ਇਸ ਚੀਜ਼ ਹੀ ਨਿਕਲ ਜਾਂਦੀ, ਕੀ ਧਰਨਾ ਕੀ ਬਣਾਉਣਾ। ਬਿਲਕੁਲ, ਨਾਸ਼ਤਾ ਕਰਦੇ ਹੋਣਗੇ ਆਪਾਂ ਦੁਪਹਿਰੇ ਕੀ ਬਣਾਉਣਾ, ਪਹਿਲਾਂ ਨਾਸ਼ਤਾ ਤੇ ਕਰ ਲਓ। ਜੇ ਦੁਪਹਿਰੇ ਖਾਣਾ ਖਾਂਦੇ ਹੋਣਗੇ ਆਪਾਂ ਰਾਤੀ ਕੀ ਬਣਾਉਣਾ, ਉਹੀ ਡਿਸਕਸ਼ਨ ਹੁੰਦੀ ਰਹੇਗੀ। ਸੋ ਇਹ ਡਿਸਕਸ਼ਨ ਉਦੋਂ ਹੀ ਹੋ ਸਕਦੀ ਹੈ ਜਦੋਂ ਪੈਸੇ ਧੇਲਾ ਹੋਊਗਾ ਤਾਂ ਮੇਲਾ ਕਰਾਂਗੇ, ਪੈਸੇ ਨਾ ਧੇਲਾ ਕਰਦੀ ਮੇਲਾ। ਸਰਕਾਰ ਜੀ ਜੇ ਤੁਸੀਂ ਏਦਾਂ ਹੀ ਦਾਲਾਂ ਦੇ ਰੇਟ ਬਣਾਉਂਦੇ ਰਹੇ ਨਾ, ਬਸ ਫੇਰ ਕੀ ਹੈ, ਪੂਰਾ ਪਾਣੀ ਹੋਇਆ ਕਰਨਾ, 4 ਪੀਸ ਦਾਲ ਦੇ ਹੋਇਆ ਕਰਨੇ, ਇੱਕ ਦਾਣਾ ਸਾਰੇ ਟੱਬਰ ਨੂੰ ਆਇਆ ਕਰਨਾ। ਸੋ ਬੇਨਤੀ ਹੈ ਆਪਣੇ ਥੋੜੀ ਜਿਹੀ ਮਹਿੰਗਾਈ ਦੇ ਉੱਤੇ ਲਗਾਮ ਲਾਓ। ਤੇ ਮਹਿੰਗਾਈ ਦਾ ਜੇ ਤੁਸੀਂ ਕਹਿੰਦੇ ਨਾ ਸਰਕਾਰ ਤੇ ਖਰਚਾ ਬਹੁਤਾ, ਅਸੀਂ ਇੱਥੇ ਹੀ ਗੱਲ ਮੁਕਾਉਂਦੇ ਹੁੰਦੇ ਕਿ ਆਪਣੀਆਂ ਜਿਹੜੀਆਂ ਟੈਂ ਕਰਦੀਆਂ ਫਿਰਦੀਆਂ ਤੁਹਾਡੀਆਂ ਗੱਡੀਆਂ, ਇੱਕ ਬੰਦੇ ਨਾਲ 5 ਦੌੜੀਆਂ ਫਿਰਦੀਆਂ ਨਾ, ਪੈਟਰੋਲ ਦੇ ਖਰਚੇ ਘੱਟ ਕਰੋ ਤੇ ਹੁਣ ਅਸੀਂ ਵੀ ਪ੍ਰੋਗਰਾਮ ਖਤਮ ਕਰੀਏ। ਬਿਲਕੁਲ ਜੀ, ਕਿਉਂਕਿ ਹੁਣ ਸਾਡਾ ਵੀ ਵੇਲਾ ਹੋ ਗਿਆ ਹੈ ਕਿ ਅਸੀਂ ਇਹ ਤੁਹਾਨੂੰ ਕਹੀਏ ਕਿ ਤਰਸ ਖਾਓ ਸਾਰੇ ਨਾਗਰਿਕਾਂ ਤੇ, ਤਰਸ ਖਾਓ ਆਮ ਆਦਮੀ ਤੇ। ਕਿਉਂ? ਕਿਉਂਕਿ ਬਹੁਤ ਤੰਗ ਹੈ ਵਿਚਾਰਾ, ਬਹੁਤ ਦੁਖੀ ਹੈ ਵਿਚਾਰਾ। ਸੀਰੀਅਸਲੀ ਹੁਣ ਦਿਓ ਆਗਿਆ ਸਾਨੂੰ, ਮੈਨੂੰ ਬਰਨ ਕੌਰ ਮਾਨ ਨੂੰ ਤੇ ਮੈਨੂੰ ਸੰਜੀਵ ਯਸ਼ ਖੰਨਾ ਨੂੰ। ਸ਼ੁਕਰੀਆ।